ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਇਸ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ ਜੀ ਆਇਆਂ ਨੂੰ ਵੈਲਕਮ। ਹਰ ਦਿਨ ਇੱਕ ਨਵਾਂ ਮੈਂ ਕਹਾਂਗਾ ਦ੍ਰਿਸ਼, ਇੱਕ ਨਵਾਂ ਅਧਿਆਏ ਸੰਗਤ ਦੇ ਵਿੱਚ ਸੋਚ ਵੱਲ ਸਾਨੂੰ ਚੇਤਨਸ਼ੀਲ ਹੋ ਕੇ ਸਾਡੀ ਸੰਗਤ ਸਾਡੇ ਨਾਲ ਸ਼ੇਅਰ ਕਰਦੀ ਹੈਗੀ ਹੈ। ਹਰ ਪਹਿਲੂ ਵੱਲੋਂ ਜਾਂ ਹੁਣ ਕੱਲ੍ਹ ਦੀ ਕਲਾਸ ਸੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਇੱਕ ਸਿੰਪਲ ਮਨੁੱਖਤਾ ਦੀ ਕਲਾਸ ਸੀ, ਲੇਕਿਨ ਇਤਨੀ ਗਹਿਰੀ ਸੀ ਕਿ ਅਗਰ ਉਹ ਸਮਝ ਆ ਜਾਏ ਤੇ ਯੂਨੀਵਰਸਲ ਗੁਰੂ ਨਾਨਕ ਨਜ਼ਰ ਆ ਜਾਂਦਾ ਹੈਗਾ। ਇਹ ਹੁਣ ਅੱਜ ਦੀ ਕਲਾਸ ਜਿਹੜੀ ਸਾਡੇ ਵੀਰ ਨੇ ਜਿਨ੍ਹਾਂ ਤੋਂ ਸਾਡੇ ਨਾਲ ਸਾਂਝ ਕਰ ਰਹੇ ਹਨ ਐਡੋਲ ਮਾਈਂਡਸ ਤੋਂ, ਇਤ ਮਾਰਗ ਪੈਰ ਤਰੀਜੈ। ਇਹ ਮਾਰਗ ਜਿਹੜਾ ਹੈਗਾ ਹੁਣ ਕੱਲ ਦੀ ਕਲਾਸ ਤੋਂ ਲਈਏ ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾਲ। ਉਹ ਸਤਿਗੁਰ ਉਹ ਮਾਰਗ ਔਰ ਕਿਸ ਤਰੀਕੇ ਦੇ ਨਾਲ ਉਸ ਮਾਰਗ ਦੇ ਉੱਪਰ ਮੈਂ ਪੈਰ ਧਰਾਂ ਕਿ ਸਿੱਖ ਦੀ ਪ੍ਰਤਿਪਾਲਤਾ ਹੋ ਜਾਏ। ਇਸ ਲਈ ਕੰਪਲੀਮੈਂਟਿੰਗ ਈਚ ਅਦਰ। आओ मेरे वीर जी प्लीज आओ साझ करिए गुरु नानक की उस गहराई तो विचों उस खजाने नू अपने हिरदियां विच वसाण दी कोशिश करिए। ओवर टू यू वीर सरनजीत जी अडोल माइंड्स तो। वाहिगुरु जी का खालसा वाहिगुरु जी की फतेह। धन्यवाद चरणजीत वीर जी बहुत बहुत। और आई थिंक टाइम ना लगांदे होए असी ਅੱਜ ਦਾ ਜੋ ਇਹ ਟੌਪਿਕ ਹੈ ਇਹਨੂੰ ਸਟਾਰਟ ਕਰਦੇ ਹਾਂ। ਲਾਈਫ ਮੋਡਿਊਲ 11 ਔਰ ਟੌਪਿਕ ਦਾ ਸਬਜੈਕਟ ਹੈ ਇਤ ਮਾਰਗ ਪੈਰ ਤਰੀਜੈ। ਅਸੀਂ ਸਭ ਜਾਣਦੇ ਹਾਂ ਗੁਰੂ ਨਾਨਕ ਸਾਹਿਬ ਦਾ ਜਿਹਦਾ ਇਹ ਸ਼ਲੋਕ ਜੋ ਹੈ ਉਹ ਬਹੁਤ ਹੀ ਗਹਿਰਾਈ ਤੋਂ ਉੱਠਿਆ ਹੋਇਆ ਸ਼ਲੋਕ ਹੈ ਔਰ ਸਾਨੂੰ ਇੱਕ ਤਰ੍ਹਾਂ ਨਾਲ ਇਹ ਸ਼ਲੋਕ ਝੰਜੋੜ ਕੇ ਰੱਖ ਦਿੰਦਾ ਹੈ ਕਿ ਜਦੋਂ ਤੁਸੀਂ ਇਸ ਮਾਰਗ ਤੇ ਪਹਿਲਾ ਕਦਮ ਰੱਖੋ तुसी म्यूट हो गए, शायद आवाज नहीं आ रही स्वरणजीत जी। स्वरणजीत जी थोड़ी आवाज नहीं आ रही। हाँ जी फ्रीज हो गई है शायद स्क्रीन। हाँ तो दोबारा कनेक्ट करना पेगा शायद। एक जरा एक मिनट दिने उन्होंने स्वरणजीत जी ਤੁਸੀਂ ਮਿਊਟ ਹੈਗੇ ਹੋ ਸਰਨਜੀਤ ਜੀ। ਇਹ ਹੋਇਆ ਕਿਸੇ ਵਿੱਚ ਵੈਸੇ ਇਹ ਮੇਰੇ ਖਿਆਲ ਕੁਝ ਗਲਿਚ ਆਇਆ ਹੋਣਾ ਤੇ ਉਹ ਫ੍ਰੀਜ਼ ਹੋ ਗਈ ਸੀ ਸਕਰੀਨ ਆਪ ਜੀ ਦੀ। ਅੱਛਾ ਠੀਕ ਹੈ ਜੀ। ਕੋਈ ਨਹੀਂ ਤੁਸੀਂ ਮੈਂ ਤੁਹਾਨੂੰ ਦੁਬਾਰਾ ਰਾਈਟਸ ਦੇ ਰਿਹਾ ਤੁਹਾਡੇ ਕੋਲ ਸ਼ਾਇਦ ਤੁਹਾਡੇ ਕੋਲ ਹੀ ਨਹੀਂ ਰਾਈਟਸ। ਸ਼ੇਅਰ ਸਕਰੀਨ ਅੱਛਾ ਸ਼ੇਅਰ ਸਕਰੀਨ ਵੀ ਹਟ ਗਿਆ ਸੀ। ਓਕੇ फ्रीज हो गई थी थोड़ी स्क्रीन। हाँ जी सो ਅਸੀਂ ਜੋ ਟੌਪਿਕ ਹੈ 10 ਮੋਡਿਊਲ ਕੰਪਲੀਟ ਕਰਨ ਤੋਂ ਬਾਅਦ ਹੁਣ 11ਵਾਂ ਮੋਡਿਊਲ ਜਿਵੇਂ ਦੱਸਿਆ ਸੀ ਸਟਾਰਟ ਕਰ ਰਹੇ ਹਾਂ ਅਬਾਊਟ ਔਰ ਇਟਰਨਲ ਗੁਰੂ ਔਰ ਸਦੀਵੀ ਗੁਰੂ ਜੋ ਸਾਡੇ ਹਨ ਗੁਰੂ ਗ੍ਰੰਥ ਸਾਹਿਬ ਜੀ। ਤੇ ਚਲੋ ਇਹ ਜੋ ਪਾਰਟਿਕੂਲਰ ਟੌਪਿਕ ਹੈ ਇਹ ਬਹੁਤ ਹੀ ਸਿੰਪਲ ਹੈ। ਇਹਦੇ ਜੋ ਕੰਟੈਂਟ ਹੈ ਸ਼ਾਇਦ ਆਲਮੋਸਟ ਜਿਤਨੀ ਵੀ ਸੰਗਤ ਇੱਥੇ ਬੈਠੀ ਹੈ ਉਹਨਾਂ ਸਾਰਿਆਂ ਨੂੰ ਆਲਰੇਡੀ ਉਹਨਾਂ ਦੀ ਨੌਲੇਜ ਵਿੱਚ ਹੋਣਗੇ। ਇਹਦੇ 'ਚ ਕੁਝ ਵੀ ਐਸਾ ਨਵਾਂ ਸ਼ਾਇਦ ਨਹੀਂ ਮਿਲੇ ਐਕਸੈਪਟ ਦ ਮੈਨਰ ਇਨ ਵਿਚ ਇਟ ਹੈਜ਼ ਬੀਨ ਸੀਕੁਐਂਸਡ। ਤੇ ਸਾਡਾ ਜੋ ਆਬਜੈਕਟਿਵ ਰਹੇਗਾ ਇਸ ਮੋਡਿਊਲ ਦਾ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਪਹਿਲੇ ਸਮਝੀਏ। ਇਨਫੈਕਟ ਹਰ ਸਿੱਖ ਨੂੰ ਗੁਰੂ ਦੇ ਬਾਰੇ ਕੁਝ ਬੇਸਿਕ ਮਿਨੀਮਮ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਔਰ ਹਰ ਸਿੱਖ ਬੱਚੇ ਨੂੰ ਹੀ ਬਚਪਨ ਤੋਂ ਹੀ ਉਹ ਨੌਲੇਜ ਦੇ ਦਿੱਤੀ ਜਾਣੀ ਚਾਹੀਦੀ ਹੈ। ਇਹਦੇ 'ਚ ਫਿਲੋਸਫੀਕਲ ਪਾਰਟ ਘੱਟ ਹੈ ਔਰ ਇੱਕ ਬੇਸਿਕ ਅੰਡਰਸਟੈਂਡਿੰਗ ਆਫ ਗੁਰੂ ਹੈ ਜਿਹਨੂੰ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਸੋ ਜੋ ਗੁਰੂ ਹੈ ਗੁਰੂ ਇਜ਼ ਆਵਰ ਫਸਟ ਹੋਪ, ਗੁਰੂ ਇਜ਼ ਆਵਰ ਲਾਸਟ ਹੋਪ, ਗੁਰੂ ਇਜ਼ ਦਾ ਗ੍ਰੇਟੈਸਟ ਹੋਪ ਐਂਡ ਗੁਰੂ ਇਜ਼ ਦਾ ਓਨਲੀ ਹੋਪ। ਇਹ ਸਾਡਾ ਜੋ ਜੀਵਨ ਹੈ ਉਹਦੇ 'ਚ ਸਾਡੀ ਜੋ ਪਹਿਲੀ ਉਮੀਦ ਹੈ ਉਹ ਗੁਰੂ ਹਨ, ਜੋ ਆਖਰੀ ਉਮੀਦ ਹੈ ਉਹ ਵੀ ਗੁਰੂ ਹਨ, ਜੋ ਸਭ ਨਾਲ ਵੱਡੀ ਉਮੀਦ ਹੈ ਉਹ ਵੀ ਗੁਰੂ ਹਨ ਔਰ ਗੁਰੂ ਆਪਣੇ ਆਪ ਸਿਰਫ ਤੇ ਸਿਰਫ ਸਾਡੇ ਕੋਲ ਇਕੱਲੀ ਉਮੀਦ ਹਨ ਕਿ ਅਸੀਂ ਜੋ ਜੀਵਨ ਜਿਹਦੇ ਲਈ ਅਸੀਂ ਇੱਥੇ ਆਏ ਹਾਂ
ਉਹ ਗੁਰੂ ਸਾਨੂੰ ਹੱਥ ਤੋਂ ਪਕੜਵਾ ਕੇ ਤੇ ਇਸ ਜੀਵਨ ਚ ਪਾਰ ਕਰਾ ਸਕਦੇ ਆ। ਐਂਡ ਆਲਸੋ ਬਿਕੋਜ਼ ਵੀ ਆਰ ਹਿਊਮਨ ਬੀਇੰਗਸ, ਜੋ ਅਸੀਂ ਲਾਈਫ ਮੋਡਿਊਲ 1 ਚ ਡਿਸਕਸ ਕੀਤਾ ਸੀ कि मानस जन्म दुर्लभ है और इतना ज़्यादा रेयर है, इतना ज़्यादा रेयर है कि शायद उसकी रेयरिटी का भी अंत नहीं पाया जा सकता। सो दैट इज़ वाई वी नीड टू वी डिजर्व एक्चुअली टू लिव एन अमेजिंग लाइफ। सो साडी लाइफ एक बहुत ही खूबसूरत होनी चाहिए और सानू गुरु साहब उहदे लई मार्गदर्शन देणगे। ये जो पर्टिकुलर मॉड्यूल है 4 पार्ट्स है। एक तो साडी जो जानकारी है गुरु ग्रंथ साहब जी दे बारे, उहदे बारे है। गुरु ग्रंथ साहब चो सानू की मैसेजेस की मिलते हैं, चाहे वो 15 मिनट ही लगन, 10 मिनट लगन, जो हर एक नू पता होने चाहिए हैं। फिर गुरुद्वारियां बारे है और उस तो बाद जो कुछ क्वेश्चन सन जो साडे कोल आए सी बच्चों तो, वो गुरु साहबान दियां टीचिंग्स दे बेस ते असीं आंसर करने की कोशिश की सी। सो इट्स ए फेयरली लेंथी मॉड्यूल, हो सकता है 3 पार्ट्स विच भी जाए, और जो भी होएगा एटलीस्ट असीं अपना जो जस्टिस है वी विल ट्राई टू डू विद द सब्जेक्ट। सो जो साडे पार्ट 1 है वो है क्वेश्चंस रिलेटेड टू एटर्नल गुरु, कि साडे जो सदीवी गुरु हैं उन्होंने रिलेटेड जो क्वेश्चंस हैं वो असीं टेकअप करन जा रहे हैं। और जो सानू एक पंक्ति आंदी है गुरबाणी विच, पार ब्रह्म गुर नाही भेद, कि असीं जदों ये कहंदे आ कि हर मनुख दे विच सानू परमात्मा नू देखना, हर चीज़ दे विच परमात्मा नू देखना है, ते गुरु वो शख्सियत है या वो एक एंटिटी है जो परमात्मा नू देख ही नहीं रहे, वो परमात्म स्वरूप भी हो चुके हैं। इसलिए गुरु की साड़ी महिमा बहुत ज़्यादा है, क्योंकि गुरु परमात्म स्वरूप हो गया ना, और आहिस्ता आहिस्ता से हर एक चीज़ नू परमात्मा ही देखना है। सो एक बेसिक अंडरस्टैंडिंग है कि असीं क्यों कह रहे हैं पार ब्रह्म गुर नाहीं भेद, क्योंकि असी तो कहते हैं हर चीज़ परमात्मा है, फिर असी गुरु ही तो है जिन्हें उस अवस्था तक पहुँच के उस आस्पैक्ट नू समझा और उस आस्पैक्ट नू जो भी अगों दी ट्रुथफुल लिविंग का मार्ग है साढ़े तक लैके आए हैं। और असी हुण ये देखांगे, थोड़ा जा पहले गुरु नू समझण दी कोशिश करांगे, गुरु शब्द तू की भाव है। सो असी पहला हालांकि कवर कर चुके हैं, फिर भी इनू थोड़ा जा रिपीट करांगे। आद गुरे नमः, जुगाद गुरे नमः, सत गुरे नमः, शिर गुरुदेवे नमः। इहदे च बहुत वड्डा गुरु वर्ड दा भेद खुलदा है। आद गुरे कहा गया है परमात्मा नू, क्योंकि उहदियां सारियां वर्चुज और शुरू तो दी इज द प्राइमल गुरु, जिथों की शुरुआत है। शुरुआत तो एक्चुअली कुछ है ही नहीं है, वो तो उहदा अनाद है, उहदा कोई आद अनिल अनाद अनाहत जुग जुग, तो वो अनाद है, उहदा कोई ये नहीं असी कह सकते कि उहदी कोई शुरुआत सी, पर असी वर्ड आद फिर भी यूज करते। भैन जी तुसी म्यूट कर लवो, अरविंदर भैन जी। जुगाद गुरे नमी, जुगाद वर्ड टाइम नू रिफ्लैक्ट करता है, इस करके जो चीज़ समय दे विच आ गई है वो क्रिएशन है। सो परमात्मा नू नमस्कार है, परमात्मा दी क्रिएशन नू भी नमस्कार है। जुगाद गुरे नमे, इत्थे जुगाद क्रिएशन लिया आया है। सत गुरे नमे, सतगुरु वो मार्ग है जो सानू उस क्रिएशन दे थ्रू चलते चलते आद गुरु तक पहुंचा रहे हैं। और सतगुरु जो अपने आप च मार्ग है उन्होंने भी नमस्कार करते हैं। और श्री गुरुदेव नमे, जिसने ये मार्ग खोज के साढ़े तक पहुंचाया है, उस गुरु नू भी नमस्कार करते हैं। सो परमात्मा की बनाई हुई क्रिएशन, परमात्मा तक पहुंचने का मार्ग और मार्ग नू खोज करने वाला गुरु, ये चारां लई गुरु वर्ड ही इस्तेमाल होया है। और गुरु साहबान कहते असीं चारां नू ही नमस्कार करते हैं, क्योंकि इन्हां दी बदौलत ही है कि असीं फाइनली जो जीवन का मकसद है पूरा हो पाएगा। सो हुण असीं गल करांगे कि गुरु का स्वरूप की है, वट इज़ द फॉर्म ऑफ गुरु। असी पहले एक मॉड्यूल च डिस्कस किया सी वट इज़ द फॉर्म ऑफ गॉड, जिहदे च असी कहा सी निराकार है और साकार है। निराकार और साकार परमात्मा के 2 स्वरूप हैं, जो कि क्रिएटर एंड क्रिएशन है, जिहदी कि असी पिछले स्लाइड ते भी गल की है। ते इत्थे असी फिर एक रिपीटेशन है, बट असी एक शब्द की लाइन लेंदे हां। पवन आरंभ सतगुर मत वेला, सबद गुरु सुरत तुन चेला। गुरु नानक साहब सिद्ध गोश दे विच कह रहे हैं, जिस टाइम मैनूं ये पता लग्या कि मेरियां सावां कोई चला रहा है या आपे चल रही हैं,
ਉਹ ਵਕਤ ਸੀ ਜਦੋਂ ਮੈਨੂੰ ਪਰਮਾਤਮਾ ਨਾਲ ਮਿਲਣ ਦੀ ਜਾਂ ਪਰਮਾਤਮਾ ਨੂੰ ਜਾਣਨ ਦੀ ਵੀ ਖਾਹਿਸ਼ ਹੋਈ ਕਿ ਮੈਨੂੰ ਕੋਈ ਸਤਿਗੁਰੂ ਹੋਏ ਜੋ ਪਰਮਾਤਮਾ ਤੱਕ ਪਹੁੰਚਾ ਦੇਵੇ। ਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਟਾਈਮ ਮੈਨੂੰ ਸ਼ਬਦ ਗੁਰੂ ਦਾ ਆਸਰਾ ਮਿਲਿਆ, ਜਿਸ ਸ਼ਬਦ ਗੁਰੂ ਦੇ ਆਸਰੇ ਨਾਲ ਮੈਂ ਸੁਰਤ ਨੂੰ ਧੁਨ ਹੋ ਗਈ। That means I lovingly focused on my consciousness, and then I am the disciple of that word. So गुरु जो है एक सही मायने दे विच एक वर्ड है, एक शब्द है। और इत्थे गुरु साहबान ने इस भेद नूं खोलिया है, जिवें कल भी सतवंत वीर जी समझा रहे सी कि ये यूनिवर्सल है। वो जो वर्ड है वो ये नहीं है कि सिर्फ सिक्खी दे लिए है, इवन क्रिश्चियनिटी भी कहती है कि जो कुछ भी पैदा होया पहला वर्ड तो ही होया। वो वाइब्रेशन है, वो की चीज़ है, वाइब्रेशन नहीं भी है, वो जीरोनेस है, वो एम्प्टीनेस है, सानू नहीं पता, पर जो उन्होंने नाम दिता गया वो शब्द है। और जो इनू थोड़ा जा होर असीं देखिए कि उस शब्द की पावर की है, ते उत्थे गुरु साहबान कहते हैं उत्पत्त परलव शब्दे होवे, शब्दे ही फिर उपत होवे। That means creation and destruction also happens through शब्द। जिस शब्द नू उसी गुरु कह रहे हैं, उसी शब्द के थ्रू ही नू इस खोज है, एक तरह की खोज है कि क्रिएशन एंड डिस्ट्रक्शन भी उस तो हो रही है और दोबारा तो फिर क्रिएशन होती है, शब्द ही फिर उपत होए। डिस्ट्रक्शन तो बाद दोबारा तो क्रिएशन शुरू हो जाती है। ये वर्ड दी पावर है, उस वर्ड दी पावर है। तो इस वर्ड दी पावर नू ये देखिए कि सानू हेल्प किस तरह करता है। ये थोड़ा एक इस स्टेज ते आके ना माइंड दे विच एक हल्का जिहा कन्फ्यूजन आ जाता है कि असीं ते गुरबाणी नू शब्द कह रहे हैं, फिर वो शब्द किसी होर नू कह रहे ने गुरु साहब ये भी कह रहे हैं कि जो शब्द है उहदे भी सुरत धुन, उहदी ही शब्द दी लविंगली जो कॉन्शियसनेस है उहदे विच समा के ही मैं उत्थे तक पहुँच पाया ते उन्हां नू सतगुरु मिले हैं। ते इन्हां सारियां दा एक्चुअल मीनिंग की है, सानू थोड़ा जिहा एक कोरिलेशन समझना भी जरूरी है। सो वो जो कोरिलेशन है कि गुरु साडी मदद किवें करदे हन इस शब्द दे थ्रू, जे अगर शब्द गुरु है तो फिर सानू किस तरह हेल्प मिल रही है। ते असी पहले एक जो डिस्कस कर चुके हैं शब्द सुरत दे उत्ते, असी हुण आ रहे हैं कि जो गुरबाणी है वो सानू किथे ना किथे अनहद नाद तक लैके जाती है। दैट मीनस गुरबाणी नू पढ़ते पढ़ते ही असी जो वर्ड है, जो गुरबाणी वर्ड है, वो सानू साउंडलैस साउंड तक ले जा रहे। और साउंडलैस साउंड भी वर्ड ही है, अनहद नाद भी शब्द ही है, उन्होंने भी वर्ड शब्द ही यूज किया है। सो असी गुरबाणी दे वर्ड तो चलते चलते मार्ग ते चलते चलते इस अवस्था पहुंचीए कि जिथे असी साउंडलैस साउंड या अनहद नाद तक पहुंच जाइए। और उस अनहद नाद तक पहुंच के जो साडी बेसिक असी थीम लैके चले सी कि ये मार्ग की चीज़ है कि असी मोनोथीस्ट टू पैनथीस्ट वाल जा रहे हैं। दैट मीनस असी जो एकलवाद है उस तो अद्वैतवाद की तरफ चलते हैं। दैट मीनस असी पहले परमात्मा नू अपने तो वखरा देखते हैं कि एक परमात्मा है, और एक ऐसी अवस्था आती है जो असी कहते हैं एक परमात्मा नहीं, सब कुछ परमात्मा है। सो देयर इज वन पावरफुल गॉड एंड हिज क्रिएशन। इत्थों साडी यात्रा शुरू होती है और यात्रा खत्म होती है एवरीथिंग एवरीवेयर इज गॉड ते जाके। शुरुआत तो सानू वो मोनोथीस्ट है, असी उन्होंने अपने तो वखरा देखते हैं। पैनथीस्ट असी हर चीज़ विच परमात्मा नू देखते हैं। एज ए मोनोथीस्ट असी कहते हैं ही एंड द रेस्ट, एक ओ ते बाकी क्रिएशन। जदों कि एक ओंकार का जो फाइनल स्वरूप साडे सामने आता है, एक ओंकार, ओम और कार मिलके एक हो जाते हैं। दैट मीनस क्रिएटर एंड क्रिएशन पुट टुगैदर इज वन। बहुत ही स्पष्ट इहदे विचकार सानू झलक मिलती है। इसका मतलब गुरबाणी का जो वर्ड है वो सानू फाइनली जो साडे एज ए मोनोथीस्ट है, साडे कोल अज गुरबाणी है, पर जदों असी फाइनली अनहद नाद ते पहुंचते हैं, गुरबाणी ने अपना काम कर दिता। हुण गुरबाणी का रोल कंप्लीट हो जाता है, इंसान अनहद नाद या परमात्मा दे विच ही समा जाता है। इसी तरह दी सानू झलकां मिलदियां ने शब्दां तो। जदों असी कई शब्द पढ़ांगे तो उहदे विच सानू एक कोरिलेशन भी मिलना शुरू हो जाएगा। तो हुण असी ये समझिए कि वट इज़ द रोल ऑफ गुरु इन आवर लाइफ। इस नाल पहला कि असी गुरु ग्रंथ साहिब ते होर ज़्यादा डिस्कशन करिए।
ਇਹਦੇ ਕੁਝ ਇੱਕ ਮੇਜਰ ਪੁਆਇੰਟ ਉਠਾਏ। ਰੋਲ ਤੇ ਹੈ ਕਿ ਸਾਡਾ ਸਾਰਾ ਜੀਵਨ ਹੀ ਗੁਰੂ ਦੇ ਨਾਂ ਤੇ ਹੈ, ਤੇ ਇਸ ਕਰਕੇ ਰੋਲ ਦਾ ਤੇ ਕੋਈ ਐਂਡ ਹੀ ਨਹੀਂ ਹੈ। ਪਰ ਇੱਕ ਬ੍ਰੌਡਲੀ ਅਗਰ ਕੋਈ ਸਾਨੂੰ ਪੁੱਛ ਲਵੇ ਵੀ ਤੁਹਾਡੇ ਗੁਰੂ ਦਾ ਤੁਹਾਡੇ ਜੀਵਨ 'ਚ ਕੀ ਰੋਲ ਹੈ, ਤੇ ਜੋ ਪਹਿਲੀ ਚੀਜ਼ ਹੈ ਉਹ ਤੇ ਹੈ ਕਿ ਗੁਰੂ ਮਿਸ਼ਨ ਵੱਲ ਜਾਣ ਦਾ ਇੱਕ ਰਸਤਾ ਹੈ। ਜਿਵੇਂ ਕੱਲ ਸਤਵੰਤ ਵੀਰ ਜੀ ਵੀ ਕਹਿ ਰਹੇ ਸੀ, ਗੁਰੂ ਸ਼ਖਸੀਅਤ ਤੇ ਆਪਣੀ ਜਗ੍ਹਾ, ਜੋ ਕਿ ਸ਼੍ਰੀ ਗੁਰੂ ਦੇਵੇ ਨਵੇਂ ਜਿਹਨੂੰ ਅਸੀਂ ਕਿਹਾ, ਜੋ ਸਤਿਗੁਰੇ ਨਵੇਂ ਹੈ, ਉਹ ਸਤਿਗੁਰੂ ਇੱਕ ਮਾਰਗ ਹੈ ਆਪਣੇ ਆਪ 'ਚ। ਉਹ ਫਿਲੋਸਫੀ ਹੈ, ਉਹ ਕੁਐਸਚਨਸ ਦੇ ਆਨਸਰਸ ਨੇ, ਉਹ ਡਾਇਰੈਕਸ਼ਨਸ ਨੇ, ਉਹ ਗਾਈਡਲਾਈਨਸ ਨੇ, ਉਹ ਪ੍ਰਿੰਸੀਪਲਸ ਨੇ, ਜਿਹਨਾਂ ਸਭ ਨੂੰ ਮਿਲਾ ਦਈਏ ਤੇ ਇੱਕ ਮਾਰਗ ਬਣ ਜਾਂਦਾ ਹੈ। ਔਰ ਉਹ ਮਾਰਗ ਜਿਹੜਾ ਨਾ ਬਿਲਕੁਲ ਸਾਫ ਸੁਥਰਾ ਸਪਸ਼ਟ ਮਾਰਗ ਹੈ, ਜਿਹਦੇ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬਾਨ ਜਿਹੜੇ ਨੇ ਉਹਨਾਂ ਨੇ ਫਰਦਰ ਕਿਹਾ, ਸੱਚੋ ਔਰੇ ਸਭ ਕੋ ਉੱਪਰ ਸੱਚ ਆਚਾਰ, ਕਿ ਉਹਨਾਂ ਨੇ ਇਸ ਮਾਰਗ ਨੂੰ ਪਰਮਾਤਮਾ ਤੋਂ ਵੀ ਉੱਪਰ ਰੱਖਿਆ। ਟਰੁਥ ਇਜ਼ ਹਾਈ ਐਂਡ ਸਟਿਲ ਹਾਇਰ ਇਜ਼ ਟਰੁਥਫੁਲ ਲਿਵਿੰਗ। ਕਿਉਂਕਿ ਮੈਂ ਤੇ ਪਰਮਾਤਮਾ ਨੂੰ ਦੇਖਿਆ ਨਹੀਂ, ਤੇ ਮੇਰੇ ਲਈ ਕੀ ਚੀਜ਼ ਇੰਪੋਰਟੈਂਟ ਹੈ? ਮੇਰੇ ਲਈ ਤਾਂ ਸਿਰਫ ਟਰੁਥਫੁਲ ਲਿਵਿੰਗ ਇੰਪੋਰਟੈਂਟ ਹੈ ਨਾ। ਇਸ ਤਰ੍ਹਾਂ ਦੀ ਸਟੇਟਮੈਂਟ ਇੱਕ ਬਹੁਤ ਹੀ ਗਹਿਰਾਈ ਤੋਂ ਉੱਠੀ ਹੋਈ ਹੈ, ਔਰ ਇੱਕ ਬੜੀ ਰੇਅਰ ਜੀ ਸਟੇਟਮੈਂਟ ਹੈ ਜਿਹਦੇ ਕਹਿ ਰਹੇ ਨੇ ਸੱਚੋ ਔਰੇ ਸਭ ਕੋ ਪਰਮਾਤਮਾ, ਤੂੰ ਸਭ ਨਾਲ ਉੱਚਾ ਮੰਨਦੇ ਆ। ਔਰ ਉਸ ਸਭ ਨਾਲ ਉੱਚਾ ਕਹਿਣ ਤੋਂ ਬਾਅਦ ਵੀ ਕਹਿਤਾ ਸਟਿਲ ਹਾਇਰ ਇਜ਼ ਟਰੁਥਫੁਲ ਲਿਵਿੰਗ। ਤੇ ਮੇਰੇ ਲਈ ਕੀ ਇੰਪੋਰਟੈਂਟ ਹੈ? ਉਹ ਹੈ ਸੱਚਿਆਰ ਦਾ ਮਾਰਗ, ਉਹੀ ਸਤਿਗੁਰੂ ਹੈ, ਉਸੀ ਨੂੰ ਅੱਗੇ ਅਸੀਂ ਚੱਲ ਕੇ ਫਰਦਰ ਸਮਝਣਾ। ਸੋ ਜੋ ਦੂਸਰਾ ਸਾਡਾ ਗੁਰੂ ਦਾ ਰੋਲ ਹੈ, ਉਹ ਗੁਰੂ ਸਾਨੂੰ ਜੋ ਹੈ ਉਹ ਸਾਨੂੰ ਰਸਤੇ ਦਾ ਪ੍ਰਕਾਸ਼ ਬਣ ਕੇ ਆਉਂਦੇ ਆ। ਕਿ ਗੁਰੂ ਸਾਹਿਬਾਨ ਨੇ ਨਹੀਂ ਕਿ ਸਾਨੂੰ ਇੱਕ ਰਸਤੇ ਤੇ ਪਾ ਦਿੱਤਾ, ਉਸ ਰਸਤੇ 'ਚ ਅੱਗੇ ਚੱਲ ਕੇ ਹਨੇਰਾ ਹੋਏ, ਠੋਕਰਾਂ ਲੱਗਣ, ਐਸਾ ਨਹੀਂ ਹੈ। ਸੋ ਗੁਰੂ ਜੋ ਹੈ ਇੱਕ ਰਸਤਾ ਵੀ ਦੇ ਰਿਹਾ, ਉਸ ਰਸਤੇ 'ਤੇ ਜੋ ਵੀ ਮੁਸ਼ਕਿਲਾਂ ਆਉਣ, ਜੋ ਪ੍ਰੋਬਲਮਸ ਆਉਣ, ਜੋ ਕੁਝ ਵੀ ਆਏ, ਉਹਦਾ ਜੋ ਰੋਸ਼ਨੀ ਮਿਲਣੀ ਹੈ ਉਹ ਵੀ ਸਾਨੂੰ ਗੁਰੂ ਤੋਂ ਹੀ ਮਿਲਣੀ ਹੈ। ਫਿਰ ਅੱਗੇ ਚੱਲ ਕੇ ਗੁਰੂ ਕਹਿੰਦੇ ਆ ਕਿ ਜੋ ਗੁਰੂ ਦਾ ਰੋਲ ਹੈ ਉਹ ਪ੍ਰੈਕਟੀਕਲੀ ਜਦੋਂ ਡੈਮੋਨਸਟ੍ਰੇਟ ਕਰਦੇ ਨੇ, ਗੁਰੂ ਪਹਿਲਾਂ ਅਭਿਆਸ ਕਰਦੇ ਹਨ ਫਿਰ ਪ੍ਰਚਾਰ। ਜੋ ਸਾਨੂੰ ਗੁਰੂ ਮਾਰਗ ਚੱਲਦੇ ਆ, ਇੰਪੋਰਟੈਂਟ ਚੀਜ਼ ਇਹ ਹੈ ਕਿ ਉਸ ਮਾਰਗ ਤੇ ਉਹ ਖੁਦ ਚੱਲ ਕੇ ਜਾਂਦੇ ਨੇ। ਇੱਕ ਤੇ ਹੁੰਦਾ ਕਿਸੇ ਨੂੰ ਕਹਿਣਾ ਤੁਸੀਂ ਕਰ ਲਵੋ, ਉਹਨੇ ਆਪ ਨਾ ਦੇਖਿਆ ਹੋਏ, ਪਰ ਉਹ ਜੋ ਮਾਰਗ ਤੇ ਚੱਲ ਕੇ ਗਏ ਆ ਔਰ ਜੋ ਸਾਡੇ ਆਪਣੇ ਕਦਮਾਂ ਦੇ ਨਿਸ਼ਾਨ ਛੋੜ ਗਏ ਆ, ਉਹ ਇਤਨੇ ਜ਼ਿਆਦਾ ਇੰਪੋਰਟੈਂਟ ਨੇ ਉਹ ਕਦਮਾਂ ਦੇ ਨਿਸ਼ਾਨ, ਕਿ ਅਸੀਂ ਉਹਨਾਂ ਕਦਮਾਂ ਦੇ ਨਿਸ਼ਾਨ ਦੇ ਸਿਰ ਤੇ ਹੀ ਅਸੀਂ ਕਹਿ ਸਕਦੇ ਹਾਂ ਅਸੀਂ ਗੁਰੂ ਦੇ ਪਿੱਛੇ ਪਿੱਛੇ ਤੁਰ ਸਕਦੇ ਹਾਂ। ਸੋ ਗੁਰੂ ਕਿਸ ਤਰ੍ਹਾਂ ਉਹ ਕਰਕੇ ਜਾਂਦੇ ਨੇ, ਇੱਕ ਛੋਟੀ ਜਿਹੀ ਅਸੀਂ ਝਲਕ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਜੀਵਨ ਦੇਖੀਏ ਗੁਰੂ ਨਾਨਕ ਸਾਹਿਬ ਦਾ, ਜਿਨ੍ਹਾਂ ਨੇ ਕਰੀਬ 30,000 ਕਿਲੋਮੀਟਰ 4 ਉਦਾਸੀਆਂ ਦੇ ਥਰੂ ਕਵਰ ਕੀਤੇ ਹਨ, ਜਿਹਦੇ 'ਚ ਕਿ ਹਿੰਦੁਸਤਾਨ ਹੀ ਨਹੀਂ, ਬੰਗਲਾਦੇਸ਼ ਨਹੀਂ, ਸਿਰਫ ਨੇਪਾਲ ਜਾਂ ਤਿੱਬਤ ਨਹੀਂ, ਇਹ ਕੋਈ ਜਗ੍ਹਾ ਸ਼ਾਇਦ ਛੱਡੀ ਹੋਏ, ਅਫਗਾਨਿਸਤਾਨ, ਪਾਕਿਸਤਾਨ, ਈਰਾਨ, ਇਰਾਕ, ਕੁਵੈਤ, ਸਾਊਦੀ ਅਰੇਬੀਆ, ਯਮਨ, ਔਰ ਪਤਾ ਨਹੀਂ ਕਿਹੜੇ ਕਿਹੜੇ ਕੰਟਰੀਜ਼ ਤੋਂ ਹੋ ਕੇ 30,000 ਕਿਲੋਮੀਟਰ ਤੱਕ ਮਨੁੱਖਤਾ ਨੂੰ ਸੰਦੇਸ਼ ਦੇ ਰਹੇ ਹਨ, ਉਸ ਮਾਰਗ ਨੂੰ ਖੋਲ ਰਹੇ ਹਨ, ਉਸ ਮਾਰਗ ਨੂੰ ਸਮਝਾ ਰਹੇ ਹਨ। ਅਸੀਂ ਕਈ ਵਾਰ ਇਹ ਸੋਚਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਭਾਵ ਸ਼ਾਇਦ ਹਿੰਦੁਸਤਾਨ ਤੇ ਹੀ ਰਿਹਾ ਜਾਂ ਪੰਜਾਬ 'ਚ ਹੀ ਰਿਹਾ, ਪਰ ਜੋ ਲੋਕ ਰਿਸਰਚ ਕਰਦੇ ਨੇ ਉਹਨਾਂ ਨੇ ਦੇਖਿਆ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ, ਉਹਨਾਂ ਦੇ 'ਚ ਜੋ ਵੀ ਪਖੰਡ ਚੱਲ ਰਿਹਾ ਸੀ, ਉੱਥੇ ਉਹਨਾਂ ਨੂੰ ਤੋੜਨ 'ਚ ਬੜੀ ਆਸਾਨੀ ਆਈ। ਉਹਨਾਂ ਨੇ ਆਪਣੇ ਮਾਰਗ ਨੂੰ ਵੀ ਦੁਬਾਰਾ ਦੇਖਿਆ, ਉਹ ਜਿਸ ਵੀ ਰਸਤੇ ਨਾਲ, ਚਾਹੇ ਉਹ ਇਸਲਾਮ ਸੀ ਜਾਂ ਕੋਈ ਹੋਰ ਵਿੱਚ ਮਿਕਸਡ ਰਿਲੀਜਨ ਸਨ, ਉਹ ਸਾਰਿਆਂ ਤੇ ਗੁਰੂ ਨਾਨਕ ਸਾਹਿਬ ਦਾ ਇੰਨਾ ਪ੍ਰਭਾਵ ਸੀ ਕਿ ਜਿਹੜੀ ਜਿਹੜੀ ਧਰਤੀ ਨੂੰ ਉਹਨਾਂ ਨੇ ਛੂਹਿਆ, ਉਸ ਧਰਤੀ ਤੇ ਉਹ ਚੇਂਜਸ ਲੈ ਕੇ ਆਏ। ਉਹ ਗੱਲ ਵੱਖਰੀ ਹੈ ਕਿ ਫਾਈਨਲੀ ਜੋ ਉਹਨਾਂ ਦੇ ਮੈਕਸਿਮਮ ਫੋਲੋਅਰਸ ਹਨ, ਜਿਸ ਧਰਤੀ ਤੋਂ ਪੰਜਾਬ ਤੋਂ ਸ਼ੁਰੂ ਹੋਏ ਸੀ, ਉੱਥੋਂ ਨੂੰ ਸ਼ੁਰੂਆਤ ਹੋਈ। ਹੁਣ ਅਸੀਂ ਅਗਰ ਇਹ 30,000 ਕਿਲੋਮੀਟਰ ਦੇਖੀਏ ਤਾਂ ਇੱਕ ਸਿਰਫ ਸਾਡੇ ਲਈ ਇੱਕ ਵੈਲਿਊ ਜਾਂ ਨੰਬਰ ਹੈ। ਅਸੀਂ ਕਦੀ ਰਿਅਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੋ ਹੈ ਕਿੰਨੇ ਘਨੇ ਜੰਗਲਾਂ ਨੂੰ ਕ੍ਰਾਸ ਕਰਕੇ ਗਏ ਹੋਣਗੇ, ਜਿੱਥੇ ਡਰਾਵਣੇ ਜਾਨਵਰ ਹੈ ਜਿਹੜੇ ਮਨੁੱਖ ਨੂੰ ਖਾ ਸਕਦੇ ਆ, ਉੱਥੇ ਕੋਈ ਅਰੇਂਜਮੈਂਟ ਨਹੀਂ ਰਹਿਣ ਦੇ, ਜੰਗਲਾਂ ਵਿੱਚ ਕ੍ਰਾਸ ਕਰਦੇ ਆ ਕਈ ਹਫ਼ਤੇ ਲੱਗੇ ਹੋਣੇ ਆ। ਗੁਰੂ ਨਾਨਕ ਸਾਹਿਬ ਨੇ ਵੱਡੇ ਵੱਡੇ ਸਾਊਦੀ ਦੇ ਮਰੁਸਥਲ ਪਾਰ ਕਰ ਦਿੱਤੇ, ਮੱਕੇ ਮਦੀਨੇ ਤੱਕ ਆਪ ਪੈਦਲ ਚੱਲ ਕੇ ਜਾ ਰਹੇ ਆ। ਕੋਈ ਕਾਫਿਲਾ ਮਿਲ ਗਿਆ ਰਸਤੇ 'ਚ ਨਹੀਂ ਮਿਲਿਆ, ਕੋਈ ਜਗ੍ਹਾ ਠਹਿਰਨ ਦੀ ਮਿਲ ਗਈ ਨਹੀਂ ਮਿਲੀ। तो गुरु साहबान ने अपने आप पूरने पाए हैं कि जो मार्ग है, जो सच का मार्ग है, उन्होंने तुसी फैलाना भी है, उन्होंने तुसी अपने तक नहीं रखना। तुसी जिथे तक हो सको, जितनी भी किसी दी जितनी कोई समझ होए, वो जरूर अगे चल के उस मार्ग नूं भी फैलाए।
ਔਰ ਫਿਰ ਅੱਗੇ ਚੱਲ ਕੇ ਦੇਖਦੇ ਹਾਂ ਗੁਰੂ ਅਰਜਨ ਪਾਤਸ਼ਾਹ ਦਾ ਹੁਣ ਜੋ ਸ਼ਹੀਦੀਆਂ ਦਾ ਦੌਰ ਸ਼ੁਰੂ ਹੁੰਦਾ ਕਿ ਜੋ ਇੱਕ ਅਸੂਲ ਦੇ ਉੱਤੇ ਇੱਕ ਸ਼ਹੀਦੀ ਹੋ ਰਹੀ ਹੈ, ਇਹ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਅੱਜ ਕੱਲ ਹੈ, ਉੱਥੇ ਗੁਰੂ ਅਰਜਨ ਸਾਹਿਬ ਨੇ ਸ਼ਹੀਦੀ ਦਿੱਤੀ ਹੈ। ਮੈਂ ਫੁੱਲ ਡਿਟੇਲਸ ਨਹੀਂ ਜਾਵਾਂਗਾ, ਸਿਰਫ ਇਹ ਦੱਸ ਰਿਹਾ ਗੁਰੂ ਮਾਰਗ ਤੇ ਚੱਲ ਕੇ ਦਿਖਾਉਂਦੇ ਹਨ। ਉਹ ਇਸ ਤਰ੍ਹਾਂ ਚੱਲਦੇ ਹਨ ਕਿ ਅਸੀਂ ਉਹਨੂੰ ਫੋਲੋ ਕਰ ਸਕੀਏ, ਉਹਨੂੰ ਸਮਝ ਸਕੀਏ। ਉਹਦਾ 0.01% ਵੀ ਫੋਲੋ ਕਰ ਲਈਏ ਤੇ ਜੀਵਨ ਬਦਲ ਜਾਂਦਾ। ਇਸ ਤੋਂ ਅੱਗੇ ਅਸੀਂ ਚੱਲ ਕੇ ਦੇਖੀਏ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਆਪਣੀ 7 ਸਾਲ ਦੀ ਅਵਸਥਾ ਵਿੱਚ ਜਿੱਥੇ ਕਿ ਮਹਾਮਾਰੀ ਫੈਲੀ ਹੈ, ਆਪ ਉੱਠ ਕੇ ਜਾਂਦੇ ਨੇ ਔਰ ਸੇਵਾ 'ਚ ਲੱਗ ਜਾਂਦੇ ਨੇ, ਔਰ ਸੇਵਾ ਨਿਸਵਾਰਥ ਹੋ ਕੇ ਇੰਨੀ ਕਰ ਰਹੇ ਕਿ ਉਹਨਾਂ ਨੂੰ ਵੀ ਮਹਾਮਾਰੀ ਪਕੜ ਲੈਂਦੀ ਹੈ। ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਆਪ ਤੇ ਗੁਰੂ ਚਲੋ ਆਪਣੇ ਕੋਈ ਬੰਦੇ ਭੇਜ ਦਿਏ ਜਾਂ ਉਹੀ ਸੇਵਾ ਕਰਨ। ਉਹ ਆਪ ਖੁਦ ਇਨਵੋਲਵਡ ਹੈ ਸੇਵਾ ਦੇ ਵਿਚਕਾਰ, ਔਰ ਇਸ ਛੋਟੀ ਉਮਰ ਤੋਂ ਹੀ ਇਨਸਾਨ ਨੂੰ ਸੇਵਾ 'ਚ ਲੱਗ ਜਾਣਾ ਚਾਹੀਦਾ ਹੈ। ਔਰ ਸੇਵਾ ਦੇ ਪਿੱਛੇ ਚਾਹੇ ਉਹਨਾਂ ਨੇ ਆਪਣਾ ਜੀਵਨ ਬਲੀਦਾਨ ਕਰ ਦਿੱਤਾ, ਤੇ ਉਹ ਵੀ ਇਸ ਇੱਕ ਤਰ੍ਹਾਂ ਦਾ ਸੈਕਰੀਫਾਈਸ ਦੇਖਦੇ ਆ। ਅੱਗੇ ਚੱਲ ਕੇ ਅਸੀਂ 9ਵੇਂ ਪਾਤਸ਼ਾਹ ਦੇਖਦੇ ਹਾਂ ਕਿ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਇੱਕ ਪ੍ਰਿੰਸੀਪਲ ਦੇ ਉੱਤੇ ਧਰਮ ਹੇਤ ਜੀ ਪ੍ਰਿੰਸੀਪਲ ਦੀ ਲੜਾਈ ਹੈ, ਉਸ ਪ੍ਰਿੰਸੀਪਲ ਦੇ ਉੱਤੇ ਆਪ ਉੱਠ ਕੇ ਚੱਲ ਕੇ ਜਾ ਰਹੇ ਨੇ ਔਰ ਆਪਣੀ ਸ਼ਹੀਦੀ ਦੇ ਰਹੇ ਨੇ। तो जो शहीदियां ਦਾ ਸਿਲਸਿਲਾ ਇਤਨਾ ਲੰਬਾ ਚੱਲਿਆ ਔਰ ਅਜੇ ਤੱਕ ਚੱਲਦਾ ਜਾ ਰਿਹਾ ਹੈ। ਉਸ ਤੋਂ ਬਾਅਦ ਬਰਥ ਆਫ ਖਾਲਸਾ ਹੁੰਦਾ ਹੈ, ਐਂਡ ਦੈਨ ਸੀਰੀਜ਼ ਆਫ ਸੈਕਰੀਫਾਈਸਿਸ। ਇਹੀ ਗੱਲ ਹੈ ਸ਼ਾਇਦ ਗੁਰੂ ਸਾਹਿਬ ਨੇ ਕਿਹਾ ਸੀ, ਇਤਮਾਰਗ ਪੈਰ ਧਰੀਜੈ ਸਿਰ ਦੀਜੇ ਕਾਂਡ ਨਾ ਕੀਜੈ, ਤਾਂ ਕਿ ਅਗਰ ਤੁਹਾਨੂੰ ਜੀਵਨ ਵੀ ਦੇਣਾ ਪਏ ਤੇ ਪਿੱਛੇ ਨਾ ਹਟਣਾ। ਔਰ ਉਹ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਰਕੇ ਦਿਖਾਇਆ। ਉਹ 237 ਸਾਲ ਦਾ ਪੀਰੀਅਡ ਇੱਕ ਆਪਣੇ ਆਪ ਇਤਨਾ ਰੂਹਾਨੀਅਤ ਨਾਲ ਵੀ ਭਰਿਆ ਔਰ ਇਸ ਤਰ੍ਹਾਂ ਦੇ ਜੀਵਨ ਨਾਲ ਭਰਿਆ ਜੋ ਜੀਵਨ ਕਿਸੇ ਦੇ ਲਈ ਵੀ ਇੱਕ ਬੜੀ ਵੱਡੀ ਸਿੱਖਿਆ ਬਣ ਕੇ ਸਾਹਮਣੇ ਆਉਂਦਾ। ਤੇ ਇੱਥੇ ਗੁਰੂ ਸਾਹਿਬ ਨੇ ਜੋ ਖਾਲਸਾ ਸਜਾਇਆ ਔਰ ਖਾਲਸੇ ਦੇ ਸੈਕਰੀਫਾਈਸਿਸ ਦਾ ਜਿਵੇਂ ਅਸੀਂ ਅਰਦਾਸ ਰੋਜ਼ ਪੜ੍ਹਦੇ ਹਾਂ ਕੋਈ ਅੰਤ ਨਹੀਂ ਹੈ। ਸੋ ਇਹ ਜੋ ਸਾਡਾ ਤੀਸਰਾ ਪੁਆਇੰਟ ਸੀ ਕਿ ਗੁਰੂ ਪਹਿਲਾਂ ਅਭਿਆਸ ਕਰਦੇ ਹਨ ਫਿਰ ਪ੍ਰਚਾਰ ਕਰਦੇ ਹਨ। ਤੇ ਅਸੀਂ ਵੀ ਜੀਵਨ 'ਚ ਕੋਸ਼ਿਸ਼ ਕਰੀਏ ਕਿ ਜਿਤਨਾ ਕੁਝ ਅਸੀਂ ਪ੍ਰਚਾਰ ਕਰਦੇ ਹਾਂ ਐਟਲੀਸਟ ਅਸੀਂ ਉਹਨੂੰ ਸਮਝੀਏ ਔਰ ਜਿਸ ਐਕਸਟੈਂਟ ਤੱਕ ਹੋ ਸਕੇ ਉਹਨੂੰ ਜੀਵਨ ਦੇ ਵਿੱਚ ਅਪਣਾਈਏ ਔਰ ਫਿਰ ਅੱਗੇ ਹਰ ਇੱਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਸੋ ਗੁਰੂ ਸਾਡਾ ਇੱਕ ਬੜਾ ਡਿਫਰੈਂਟ ਹੀ ਗੁਰੂ ਹੈ, ਕੋਈ ਇੱਕ ਆਰਡੀਨਰੀ ਕੇ ਇੱਕ ਐਵੇਂ ਕੋਈ ਉੱਠਿਆ ਔਰ ਚੱਲ ਪਿਆ ਵੀ ਚਲੋ ਮੈਂ ਗੁਰੂ ਬਣ ਜਾਵਾਂ। ਦੇयर इज ਨਥਿੰਗ ਲਾਈਕ ਦੈਟ। ਆਈ ਮੀਨ ਅਸੀਂ ਕਿਤੇ ਸੋਚ ਵੀ ਨਹੀਂ ਪਾਉਂਦੇ ਕਿ ਉਹ ਕੀ ਚੀਜ਼ ਰਹੇ ਹੋਣਗੇ, ਕਿਸ ਸਟੇਟ ਆਫ ਮਾਈਂਡ 'ਚ ਹਮੇਸ਼ਾ ਰਹੇ ਹੋਣਗੇ। ਔਰ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਜੋ ਇੱਕ ਹੋਰ ਗੁਰੂ ਦਾ ਬਹੁਤ ਇੰਪੋਰਟੈਂਟ ਰੋਲ ਹੈ, ਜੋ ਫਾਈਨਲ ਰੋਲ ਹੈ, ਤੇ ਗੁਰੂ ਓਪਨ ਡੋਰਸ ਆਫ ਟੂ ਰਿਅਲਾਈਜ਼ ਗੋਡ। ਗੁਰੂ ਫਾਈਨਲੀ ਉਹ ਦਵਾਰ ਖੋਲ ਕੇ ਦਿੰਦੇ ਆ ਜਿੱਥੇ ਪਰਮਾਤਮਾ ਨਾਲ ਸਾਡੀ ਮੁਲਾਕਾਤ ਕਰਦੇ ਆ ਔਰ ਆਪ ਫਿਰ ਸਾਈਡ ਤੇ ਹੋ ਜਾਂਦੇ ਆ। ਉਹ ਗੁਰੂ ਸਾਹਿਬਾਨ ਸਾਨੂੰ ਪਰਮਾਤਮਾ ਦੀ ਗੋਦ ਤੱਕ ਆਪ ਬਿਠਾ ਕੇ ਆਉਣ ਵਿੱਚ ਸક્ષਮ ਨੇ। ਤੇ ਗੁਰੂ ਦਾ ਜੋ ਰੋਲ ਇੱਕ ਸਿੱਖ ਲਈ ਹੈ ਉਹ ਇਤਨਾ ਬੇਅੰਤ ਹੈ ਕਿ ਜਿਹਨੂੰ ਅਸੀਂ ਵਰਡਸ ਦੇ ਵਿੱਚ ਨਹੀਂ ਕਹਿ ਸਕਦੇ। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਹੁਣ ਐਕੁਐਂਟੈਂਸ ਵਿਦ ਸ਼ਬਦ ਗੁਰੂ। ਸ਼ਬਦ ਗੁਰੂ ਨਾਲ ਥੋੜੀ ਜਾਣ ਪਹਿਚਾਣ ਅਸੀਂ ਸ਼ੁਰੂ ਕਰਦੇ ਹਾਂ। ਔਰ ਇਹ ਜੋ ਹੈ ਉਹ ਬਹੁਤ ਸਿੰਪਲ ਪਾਰਟ ਹੈ, ਮੈਂ ਥੋੜਾ ਫਾਸਟ ਮੂਵ ਕਰਾਂਗਾ। ਇੱਕ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਬਾਰੇ ਇਸ ਕਰਕੇ ਮੋਡਿਊਲ ਬਣਾਇਆ ਸੀ ਕਿ ਹਰ ਇੱਕ ਨੂੰ ਇੱਕ ਬੇਸਿਕ ਮਿਨੀਮਮ ਨੌਲੇਜ ਆਪਣੇ ਧਰਮ ਬਾਰੇ ਜ਼ਰੂਰ ਹੋਏ। ਤੇ ਇਹ ਜੋ ਸੰਕਲਨ ਹੈ ਉਹ ਅਸੀਂ ਸਭ ਜਾਣਦੇ ਹਾਂ, ਭਾਈ ਗੁਰਦਵਾਸ ਜੀ ਨੇ ਆਪਣੀ ਲਿਖਤ ਨਾਲ ਗੁਰੂ ਗ੍ਰੰਥ ਸਾਹਿਬ ਤਿਆਰ ਕੀਤੇ ਔਰ ਜੋ ਇਹਦੇ ਐਡੀਟਰ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਨ, ਜਿਨ੍ਹਾਂ ਨੇ ਕੰਪਾਈਲ ਕੀਤਾ। ਐਡੀਟਰ ਵਰਡ ਵੀ ਠੀਕ ਨਹੀਂ ਹੋਏਗਾ, ਜਿਨ੍ਹਾਂ ਨੇ ਕੰਪਾਈਲ ਕੀਤਾ ਉਹ ਗੁਰੂ ਅਰਜਨ ਦੇਵ ਜੀ ਆਪ ਸਨ। ਔਰ ਇਸ ਤੋਂ ਬਾਅਦ ਜੋ ਅਸੀਂ ਜਾਣਦੇ ਹਾਂ ਜੋ ਪਹਿਲਾ ਪ੍ਰਕਾਸ਼ ਹੋਇਆ ਹੈ 1604 ਵਿੱਚ ਦਰਬਾਰ ਸਾਹਿਬ ਦੇ ਵਿੱਚ ਹੋਇਆ ਔਰ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ। ਔਰ ਜੋ ਹਰਮੰਦਰ ਸਾਹਿਬ ਜਿਹਨੂੰ ਅਸੀਂ ਹਰਮੰਦਰ ਸਾਹਿਬ ਵੀ ਕਹਿੰਦੇ ਹਾਂ ਔਰ ਐਕਚੁਅਲ ਨੇਮ ਉਹਦਾ ਦਰਬਾਰ ਸਾਹਿਬ ਹੈ, ਇੱਥੇ ਪਹਿਲੇ ਪ੍ਰਕਾਸ਼ ਹੋਏ ਹਨ। ਜੋ ਪਹਿਲਾ ਹੁਕਮਨਾਮਾ ਆਇਆ ਹੈ ਉਹ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਔਰ ਇਹ ਸੂਈ ਮਹਲਾ 5ਵਾਂ ਅੰਗ 783 ਤੇ ਕਿ ਪਰਮਾਤਮਾ ਨੇ ਆਪ ਆਪਣੇ ਸੰਤ ਦੇ ਕਾਰਜ ਸੰਪੂਰਨ ਕਰਾਉਣ ਲਈ ਆਪ ਹੀ ਖਲੋ ਕੇ ਆਪਣੇ ਆਪ ਕਰਾਏ ਹਨ। ਇਸ ਤੋਂ ਬਾਅਦ ਅਸੀਂ ਚੱਲ ਕੇ ਦੇਖੀਏ 100 ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਕਰੀਬ 97-98 ਈਅਰਸ ਹੋਣਾ ਅਪਰੋਕਸੀਮੇਟਲੀ 100 ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਜੋ ਬਾਣੀਆਂ ਹੈ ਉਹ ਭਾਈ ਮਨੀ ਸਿੰਘ ਜੀ ਲਿਖਾਰੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਇਸ ਵੇਲੇ ਉਹਨੂੰ ਕੰਪਾਈਲ ਕਰਵਾ ਰਹੇ ਨੇ।
ਪਹਿਲੇ ਜੋ ਸੀ ਉਹ ਭਾਈ ਗੁਰਦਾਸ ਜੀ ਔਰ ਗੁਰੂ ਅਰਜਨ ਦੇਵ ਜੀ ਸਨ ਜਦੋਂ ਆਦਿ ਗ੍ਰੰਥ ਸਾਹਿਬ ਤਿਆਰ ਹੋਏ ਨੇ। ਅੱਗੇ ਚੱਲ ਕੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੇਲੇ ਭਾਈ ਮਨੀ ਸਿੰਘ ਜੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਹੈ ਜਿਨ੍ਹਾਂ ਨੇ ਮਿਲ ਕੇ ਕੰਮ ਕੰਪਲੀਟ ਕੀਤਾ ਹੈ। ਔਰ ਤਖਤ ਦਮਦਮਾ ਸਾਹਿਬ ਹੀ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹਸਤ ਲਿਖਿਤ ਸਰੂਪ ਜੋ ਹੈ ਸ਼ੁਰੂ ਦੇ ਵਿੱਚ ਤਿਆਰ ਕੀਤੇ ਗਏ ਹਨ। ਔਰ ਇਹ ਅਸੀਂ ਸਭ ਜਾਣਦੇ ਹਾਂ ਸ਼ੁਰੂਆਤ ਦੇ ਵਿੱਚ ਸਿਰਫ ਹਸਤ ਲਿਖਿਤ ਹੀ ਹੁੰਦੇ ਸਨ ਔਰ ਇਤਨੇ ਵੱਡੇ ਸਕੇਲ ਤੇ ਕੰਮ ਹੋਇਆ ਕਿ ਜਗ੍ਹਾ ਜਗ੍ਹਾ ਗੁਰੂ ਸਾਹਿਬਾਨ ਦੀਆਂ ਬੀੜਾਂ ਨੂੰ ਪਹੁੰਚਾਉਣਾ ਸੀ, ਉਸ ਸਰੂਪ ਨੂੰ ਪਹੁੰਚਾਉਣਾ ਸੀ ਔਰ ਲਗਾਤਾਰ ਦਿਨ ਰਾਤ ਇਹ ਕੰਮ ਹੁੰਦੇ ਰਹੇ ਹਨ ਤਖਤ ਦਮਦਮਾ ਸਾਹਿਬ ਦੇ ਵਿਚਕਾਰ। ਪਰ ਜੋ ਅੱਜ ਦੀ ਸਿਚੁਏਸ਼ਨ ਹੈ ਇਹਦੇ ਵਿਚਕਾਰ ਥੋੜੀ ਸੀ ਮਾਡਰਨ ਟਾਈਮ ਦੇ ਵਿੱਚ ਆ, ਇਹਦੇ ਵਿੱਚ ਪ੍ਰਿੰਟਿੰਗ ਦੇ ਥਰੂ ਹੁੰਦਾ, ਲੇਟੈਸਟ ਬਾਈਂਡਿੰਗ ਟੈਕਨੀਕਸ ਯੂਜ਼ ਹੁੰਦੀਆਂ ਔਰ ਅੱਜ ਕੱਲ੍ਹ ਕੰਪਿਊਟਰ ਦਾ ਵੀ ਯੂਜ਼ ਹੋ ਰਿਹਾ ਇਹਨੂੰ ਇਸ ਕਰਨ ਲਈ। ਇੱਕ ਛੋਟੀ ਜਿਹੀ ਇੰਟਰੋਡਕਸ਼ਨ ਸੀ ਗੁਰੂ ਸਾਹਿਬਾਨ ਦੇ ਗੁਰੂ ਗ੍ਰੰਥ ਸਾਹਿਬ ਦੇ ਜੋ ਕੰਪਾਈਲ ਕਿਸ ਤਰ੍ਹਾਂ ਹੋਏ ਹਨ। ਅਸੀਂ ਹੁਣ ਗੱਲ ਕਰਦੇ ਹਾਂ ਗੁਰੂਸ਼ਿਪ ਬਾਰੇ ਤੇ ਇਹ ਵੀ ਅਸੀਂ ਸਭ ਜਾਣਦੇ ਹਾਂ ਕਿ ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 1708 ਦੇ ਵਿਚਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨੂੰ ਗੁਰਗੱਦੀ ਦਿੱਤੀ ਗਈ ਹੈ ਔਰ ਜਦੋਂ ਇਹ ਗੁਰਗੱਦੀ ਦਿੱਤੀ ਹੈ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਵਚਨ ਨੇ कि आज्ञा भई अकाल की तभी चलायो पंथ सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की देह जो प्रभ को मिलवो चाहे खोज शब्द मैले। इत्थे फिर गल शब्द दी आ रही है, गुरु शब्द ही है, शब्द दे विचों खोज के ही असी शब्द तक पहुंचना है जो कि अनहद नाद है और जो प्रभु नूं मिलना चाहते हैं वो खोज भी लैणगे। और यही है जो गुरु ग्रंथ साहिब जी हैं वो सारे प्रगट गुरां की देह है। वो चाहे कबीर दास जी ने, चाहे भगत नामदेव जी ने, चाहे फरीद जी ने, कोई भी होर भगत होण, पट होण, गुरु साहबान होण, जिन्हां दी बाणी होए साडे लई उतनी ही सत्कार स्वरूप है और ये पूरे दे पूरे गुरु ग्रंथ साहिब साडे लई जीवन दा मार्ग है। इत्थे एक चीज़ होर छोटी जी फिर तो समझ लैनी जरूरी है कि जो गुरु ग्रंथ साहिब जी हैं वो गुरु का दर्जा है और जो गुरबाणी है वो सतगुरु का दर्जा है क्योंकि सतगुरु मार्ग है। तो जो गुरु हैं सानू मार्ग देंदे हैं, तो जो गुरु साहबान है साडे वो गुरु ग्रंथ साहब हैं, जो सतगुरु हैं वो गुरबाणी है। सो गुरबाणी जो है ग्रंथ दे विच निहित है, सतगुरु जो हैं गुरु दे अंदर ही समाये हुए ने। सो गुरु ग्रंथ साहब जो हैं उन्होंने गुरु और सतगुरु का इत्थे डिफरेंशिएशन एक अलग तरीके नाल सामने आंदा है और हुण साडे लई सदीवी काल लई जो हैं एटर्नल गुरु हैं वो गुरु ग्रंथ साहब ही है। हुण असीं क्वेश्चन एक नैक्सट लवांगे कि गुरु दे तौर ते ग्रंथ ही क्यों मतलब उन्होंने शख्सियत गुरु नूं समाप्त कर दिता और ग्रंथ नूं ही क्यों गुरु मन्निया। इहदे च कोई डाउट नहीं, असीं हुणे जिवें सवैया पढ़िया आग्या भई अकाल की तबे चलायो पंथ, अखीर जो भी कह रहे ने जो प्रभ को मिलवो चाहे खोज शब्द में ले, क्योंकि जो सतगुरु का सही स्वरूप है वो वर्ड्स है, वो गाइडेंस है, वो प्रिंसिपल्स ने, वो पाथ है। इस करके जो सतगुरु है उसका सही मायने जदों गुरु नानक साहब भी सन ते गुरु नानक साहब गुरु सन और जो गुरु नानक साहब कह रहे होंदे सी वो सतगुरु हुंदा सी। तो जो गुरु साहबान अपने मुखवार बिंदु तो उचार करते सी वो सतगुरु के स्वरूप भी साडे सामने आंदा सी। ते इसलिए जो गुरबाणी है एक तो है उन्होंने विगाड़िया नहीं जा सकता। अगर शख्सियत गुरु कोई होएगा उहदे कोल थोड़ी देर कोई बैठेगा वो किते होर जाके दसेगा गुरु ने की किया तो हो सकता उहदे डिस्टॉर्शन शुरू हो जाए। कोई उठ के जाएगा कहेगा जी मैनू गुरु ने ये किया, पता नहीं गुरु ने किया भी है या नहीं किया। तो एक तो बाणी के स्वरूप है क्योंकि इन टोटैलिटी सब कुछ कह दिता गया जो कहने लायक सी, इस करके उन्होंने हुण स्पॉयल नहीं किया जा सकता। बहुत ही इंपॉर्टेंट पॉइंट है अपने आप। दूसरा है कि साडे गुरु साहबान कित्थे भी प्रगट हो सकते हैं। ये नहीं कि अज गुरु साहबान अमरीका गए हैं हुण 3 महीने बाद आएंगे। सो साडे गुरु साहबान उस तरह नहीं कि सानू वेट करना पे भी हुण गुरु साहबान आएंगे फिर असीं उन्हां नूं मिलांगे फिर क्वेश्चन पूछांगे। तो इत्थे जो गुरु साहबान नूं कित्थे भी प्रगट हो जाते हैं जिथे उन्होंने स्वरूप नूं असीं मान आदर सत्कार दे के ले जाना चाहिए। गुरु साहबान उत्थे ही प्रगट होंदे हैं। इस करके
ਗ੍ਰੰਥ ਦੇ ਤੌਰ ਵਿੱਚ ਗੁਰੂ ਸਾਹਿਬਾਨ ਦੀ ਮਾਨਤਾ ਦੀ ਬਹੁਤ ਵੱਡੀ ਇੱਕ ਸੈਕੰਡ ਵੈਲਿਊ ਇਹ ਵੀ ਹੈ। ਜੋ ਤੀਸਰੀ ਚੀਜ਼ ਹੈ ਉਹ ਹੈ ਕਿ ਕਿਸੇ ਨਕਲੀ ਗੁਰੂ ਦੇ ਨਾਲ ਜੋ ਡਰ ਹੁੰਦਾ ਹੈ, ਪਤਾ ਨਹੀਂ ਇਹ ਗੁਰੂ ਅਸਲੀ ਵੀ ਹੈ ਕਿ ਨਹੀਂ ਹੈ। ਕੱਲ ਪਤਾ ਲੱਗਿਆ, ਅੱਜ ਅਸੀਂ ਦੇਖ ਚੁੱਕੇ ਹਾਂ ਇਹ ਚੀਜ਼ਾਂ ਕਿ ਕਿਤਨੇ ਸਾਰੇ ਨਕਲੀ ਗੁਰੂ ਹਨ ਜਿਹੜੇ ਈਵਨ ਜੇਲ੍ਹਾਂ 'ਚ ਬੈਠੇ ਹੋਏ ਨੇ, ਜਿਨ੍ਹਾਂ ਨੇ ਦੁਨੀਆ ਨੂੰ ਬਹੁਤ ਬਹਿਕਾਇਆ। ਉਹਨਾਂ ਦੀ ਫੋਲੋਇੰਗ ਕਰੋੜਾਂ 'ਚ ਹੈ, ਇਹ ਨਹੀਂ ਕਿ ਕੋਈ ਥੋੜੀ ਬਹੁਤ ਹੈ। ਔਰ ਉਹਨਾਂ ਨੂੰ ਪਰਿਵਾਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ। ਆਪ ਤੇ ਉਹ ਡੁੱਬੇ ਸਨ, ਹੋਰਾਂ ਨੂੰ ਡੁਬੋਤਾ। ਤਾਂ ਸਾਡੇ ਕੋਲ ਇਹੋ ਜਿਹੇ ਨਕਲੀ ਗੁਰੂਆਂ ਦਾ ਵੀ ਕੋਈ ਕਿਸੇ ਕਿਸਮ ਦਾ ਡਰ ਨਹੀਂ। ਇਸ ਕਰਕੇ ਗ੍ਰੰਥ ਦੇ ਤੌਰ ਤੇ ਜੋ ਗੁਰੂ ਹੈ ਉਹਦੀ ਬਹੁਤ ਬਹੁਤ ਹੀ ਵੱਡੀ ਇੱਕ ਮਾਨਤਾ ਹੈ। ਸੋ ਇਹ ਤਿੰਨ ਤੇ ਮੇਨ ਕਾਰਨ ਸਨ, ਹੋਰ ਵੀ ਬੜੇ ਕਾਰਨ ਹੋਣਗੇ, ਕਿਉਂਕਿ ਬੇਸਿਕਲੀ ਸ਼ਬਦ ਗੁਰੂ ਹੈ ਤੇ ਸ਼ਬਦ ਗੁਰੂ ਦੀ ਇੱਕ ਆਪਣੀ ਵਿਸ਼ੇਸ਼ਤਾ ਤੇ ਹੈ ਹੀ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀ ਵਿਸ਼ੇਸ਼ਤਾਵਾਂ ਨੇ। ਇੱਥੇ ਫਿਰ ਥੋੜਾ ਅਸੀਂ ਫਾਸਟ ਚੱਲਾਂਗੇ। ਇੱਕ ਤੇ ਹੈ ਕਿ ਅਸੀਂ ਜਾਣਦੇ ਹਾਂ ਜਿਵੇਂ ਇਹਦੇ 1430 ਅੰਗ ਹਨ, ਔਰ ਜੋ ਇੱਕ ਸੰਸਾਰ ਦੇ ਕੱਲੇ ਐਸੇ ਗ੍ਰੰਥ ਹਨ, ਦਾ ਓਨਲੀ ਸਕ੍ਰਿਪਚਰ ਜੋ ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਲਿਖੇ ਗਏ ਔਰ ਗੁਰੂ ਸਾਹਿਬਾਨ ਨੇ ਆਪਣੇ ਸਾਹਮਣੇ ਉਹਨਾਂ ਨੂੰ ਗੁਰਗੱਦੀ ਬਖਸ਼ੀ ਹੈ। ਦੁਨੀਆ ਦੇ ਹੋਰ ਜਿਤਨੇ ਵੀ ਗ੍ਰੰਥ ਹੈ ਉਹ ਉਸ ਪੀਰੀਅਡ ਤੋਂ ਬਾਅਦ ਲਿਖੇ ਗਏ ਜਦੋਂ ਉਹਨਾਂ ਦੇ ਰਹਿਬਰ ਪੈਦਾ ਹੋਏ, ਚਾਹੇ ਉਹ ਇਸਲਾਮ ਹੋਏ, ਚਾਹੇ ਕ੍ਰਿਸਚੈਨਿਟੀ ਹੋਏ, ਚਾਹੇ ਹਿੰਦੂਇਜ਼ਮ ਹੋਏ। ਸਭ ਦੇ ਸਭ ਗ੍ਰੰਥ ਜੋ ਹੈ ਬਾਅਦ ਵਿੱਚ ਕੰਪਾਈਲ ਕਰਕੇ ਕੰਪਲੀਟ ਕੀਤੇ ਗਏ ਹਨ। ਇਹ ਗੁਰੂ ਸਾਹਿਬਾਨ ਨੇ ਆਪਣੇ ਸਾਹਮਣੇ ਆਪਣੀ ਜੀਵਨ ਕਾਲ ਦੇ ਵਿੱਚ ਇਹਨੂੰ ਗੁਰਿਆਈ ਸੌਂਪੀ ਹੈ। ਇਹ ਵੀ ਬਹੁਤ ਸਿੰਪਲ ਜਿਹੀਆਂ ਚੀਜ਼ਾਂ ਅਸੀਂ ਦੱਸਣ ਜਾ ਰਹੇ ਹਾਂ ਕਿ ਇਹਦੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ ਔਰ 4 ਸਿੱਖਾਂ ਦੀ ਬਾਣੀ ਵੀ ਹੈ। ਸੋ ਇਹ ਸਭ ਨੂੰ ਪਤਾ ਹੀ ਹੈ। ਵੌਇਸ ਆਫ ਸ਼ਬਦ ਗੁਰੂ, ਸ਼ਬਦ ਗੁਰੂ ਸਾਨੂੰ ਕਿਸ ਤਰ੍ਹਾਂ ਦੀ, ਅਸੀਂ ਉਹਨਾਂ ਚੋਂ ਕੀ ਸਾਨੂੰ ਆਵਾਜ਼ ਨਿਕਲ ਕੇ ਆਉਂਦੀ ਹੈ। ਕਰੀਬ 6000 ਸ਼ਬਦ ਹਨ ਔਰ ਇਹ ਜੋ 6000 ਸ਼ਬਦ ਹਨ, ਐਕਸੈਪਟ ਵੈਰੀ ਫਿਊ ਪਾਰਟ, ਇਹ ਸਾਰੇ ਦੇ ਸਾਰੇ ਕਲਾਸੀਕਲ ਸਿੰਗਿੰਗ ਦੇ ਲਈ ਲਿਖੇ ਗਏ। ਪਿੱਛੇ ਨਵਜੋਤ ਵੀਰ ਜੀ ਨੇ ਔਰ ਗੁਰਵਿੰਦਰ ਵੀਰ ਜੀ ਨੇ ਬਹੁਤ ਸੋਹਣੀਆਂ ਕਲਾਸਾਂ ਲਈਆਂ, ਉਹ ਜਿਹਦੇ ਸਾਨੂੰ ਰਾਗਾਂ ਬਾਰੇ ਵੀ ਦੱਸਿਆ। ਥੋੜਾ ਜਿਹਾ ਅਸੀਂ ਵੀ ਟੱਚ ਕਰਾਂਗੇ ਉਹਦੇ ਬਾਰੇ। ਔਰ ਇਹਦੇ 'ਚ 31 ਰਾਗ ਨੇ ਹੋਰ 30 ਮਿਸ਼ਰਿਤ ਰਾਗ ਨੇ। ਹੁਣ ਅਸੀਂ ਗੱਲ ਕਰੀਏ ਭਾਸ਼ਾ ਦੀ, ਤੇ ਜੋ ਗੁਰੂ ਗ੍ਰੰਥ ਸਾਹਿਬ ਹੈ ਜੋ ਓਰੀਜਨਲੀ ਲੈਂਗੁਏਜ ਯੂਜ਼ ਹੋਈ ਹੈ ਉਹ ਤੇ ਗੁਰਮੁਖੀ ਹੈ ਔਰ ਲੇਟਰ ਔਨ ਇਟ ਹੈਜ਼ ਬੀਨ ਟਰਾਂਸਲੇਟਡ ਇਨਟੂ ਸੈਵਰਲ ਲੈਂਗੁਏजेस। ਮਤਲਬ ਅੱਜ ਦੁਨੀਆ 'ਚ ਸ਼ਾਇਦ 15-16 ਲੈਂਗੁਏजेस ਦੇ ਵਿੱਚ ਇਹਦੇ ਟਰਾਂਸਲੇਸ਼ਨ ਜਾਂ ਹੋ ਚੁੱਕੇ ਹਨ ਜਾਂ ਚੱਲ ਰਹੇ ਹਨ। ਔਰ ਸਪੈਨਿਸ਼ ਦੇ ਵਿਚਕਾਰ, ਜਰਮਨ ਦੇ ਵਿਚਕਾਰ, ਲੈਟਿਨ ਦੇ ਵਿਚਕਾਰ, ਔਰ ਪਤਾ ਨਹੀਂ ਕਿਤੇ ਕਿਤੇ ਕੰਮ ਚੱਲ ਰਿਹਾ ਜਿਹਦੇ 'ਚ ਕੀ ਟਰਾਂਸਲੇਸ਼ਨ ਹੋਈ ਹੈ। ਜੋ ਸਕ੍ਰਿਪਟ ਯੂਜ਼ ਕੀਤੀ ਗਈ ਹੈ, ਜਿਵੇਂ ਕਿ ਅਸੀਂ ਦੱਸਿਆ ਗੁਰਮੁਖੀ ਸਕ੍ਰਿਪਟ ਯੂਜ਼ ਹੋਈ ਹੈ। ਔਰ ਜੋ ਭਾਸ਼ਾਵਾਂ ਦਾ ਵੇਰਵਾ ਹੈ ਉਹ ਕੁਝ ਇਸ ਤਰ੍ਹਾਂ, ਇਹਦੇ ਵਿੱਚ ਇੱਕ ਲਹਾਂਦਾ ਭਾਸ਼ਾ ਯੂਜ਼ ਹੋਈ ਹੈ, ਬ੍ਰਜ ਭਾਸ਼ਾ ਹੈ, ਖੜੀ ਬੋਲੀ ਹੈ, ਸੰਸਕ੍ਰਿਤ ਹੈ, ਸਿੰਧੀ ਹੈ, ਫਾਰਸੀ ਹੈ ਔਰ ਇੱਕ ਸੰਤ ਭਾਸ਼ਾ। ਉਹ ਸੰਤ ਭਾਸ਼ਾ ਇੱਕ ਆਪਣੇ ਆਪ 'ਚ ਹੈ। ਜਦੋਂ ਸੰਤਾਂ ਦੇ ਮੂੰਹ 'ਚੋਂ ਜੋ ਵਰਡਸ ਨਿਕਲਦੇ ਆ ਬੜੇ ਪ੍ਰੇਮ ਪੂਰਵਕ, ਜਿਵੇਂ ਉਸ ਦਿਨ ਵੀਰ ਜੀ ਸਮਝਾ ਰਹੇ ਸੀ ਗੁਰਸਿੱਖੜਾ, ਇਹ ਗੁਰਸਿੱਖੜਾ ਵਰਡਸ ਜਿਹੜੇ ਨੇ ਇਹ ਕੋਈ ਕਿਸੇ ਡਿਕਸ਼ਨਰੀ ਦੇ ਨਹੀਂ ਹੈ। ਕੋਈ ਬਹੁਤ ਪ੍ਰੇਮ ਆਇਆ ਤੇ ਗੁਰਸਿੱਖ ਨੂੰ ਗੁਰਸਿੱਖੜਾ ਕਹਿਤਾ, ਵੀ ਉਹਦੀਆਂ ਕੁਝ ਆਪਣੀਆਂ ਹੀ ਖੂਬੀਆਂ। ਤਾਂ ਇੱਕ ਸੰਤ ਭਾਸ਼ਾ ਵੀ ਦੇ ਵਿਚਕਾਰ ਮਿਕਸ ਹੋਈ ਹੈ। ਤੇ ਇਹਨਾਂ ਉੱਪਰ ਦੀਆਂ ਲੈਂਗੁਏजेस ਵਿੱਚ ਅਗਰ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਭਾਸ਼ਾ ਨਹੀਂ ਮਿਲੇਗੀ। ਹੁਣ ਅਸੀਂ ਗੱਲ ਕਰੀਏ ਭਗਤ ਬਾਣੀ ਦੀ। ਇੱਕ ਬਹੁਤ ਹੀ ਛੋਟਾ ਜਿਹਾ ਇੱਕ ਟੌਪਿਕ ਹੈ ਭਗਤ ਬਾਣੀ ਜੋ ਹੈ ਉਹ, ਜਿਵੇਂ 15 ਭਗਤ ਹੈ, ਇਹਦੇ ਜੈਦੇਵ ਜੀ ਹੈ। ਇਹ ਜੋ ਅਸੀਂ ਡੇਟਾ ਦੇ ਰਹੇ ਹਾਂ ਜਿਸ ਪੀਰੀਅਡ ਵਿੱਚ ਉਹ ਹੋਏ ਆ, ਇਹ ਕ੍ਰੋਨੋਲੋਜੀਕਲ ਆਰਡਰ ਵਿੱਚ ਹੈ। ਜੋ ਸਭ ਨੂੰ ਪਹਿਲੇ ਭਗਤ ਹੋਏ ਆ, ਫਿਰ ਜੋ ਉਸ ਤੋਂ ਬਾਅਦ ਹੋਏ ਆ, ਫਿਰ ਇਸ ਤਰ੍ਹਾਂ ਨਾਲ ਸਟੈਪ ਬਾਈ ਸਟੈਪ ਅਸੀਂ ਚੱਲੇ। ਉਹਨਾਂ ਦੇ ਕਿਤਨੇ ਸ਼ਬਦ ਹੈ ਔਰ ਕਿਤਨੇ ਰਾਗਾਂ ਦੇ ਵਿਚਕਾਰ ਉਹਨਾਂ ਦੇ ਸ਼ਬਦ ਨੇ। ਸ਼ੇਖ ਫਰੀਦ ਜੀ ਹੈ। ਐਕਚੁਅਲੀ ਮੈਂ ਡਿਟੇਲ ਨਹੀਂ ਪੜ੍ਹ ਰਿਹਾ, ਜਦੋਂ ਤੁਸੀਂ ਦੇਖਣਾ ਚਾਹੋ ਤੇ ਮੋਡਿਊਲ, ਕਿਉਂਕਿ ਇਹ ਯਾਦ ਵੀ ਨਹੀਂ ਰਹਿ ਸਕਦਾ, ਤੁਸੀਂ ਇਹ ਮੋਡਿਊਲ ਅਗਰ ਕਦੀ ਰਿਕਾਰਡਿੰਗ ਦੇਖੋ ਤੇ ਡੇਟਾ ਤੁਹਾਨੂੰ ਮਿਲ ਜਾਏਗਾ। ਸੋ ਸਦਨਾ ਜੀ ਹਨ 1180 ਤੋਂ, ਉਹਨਾਂ ਦਾ ਜੋਤੀ ਜੋਤ ਦਾ ਪੀਰੀਅਡ ਸਾਨੂੰ ਨਹੀਂ ਪਤਾ ਕਦੋਂ ਹੈ। ਤਿਰਲੋਚਨ ਜੀ ਦਾ ਵੀ ਜਨਮ 1269 ਹੈ, ਅੱਗੇ ਦੀ ਡਿਟੇਲ ਸਾਡੇ ਕੋਲ ਨਹੀਂ ਹੈ। ਨਾਮਦੇਵ ਜੀ ਹੈ, ਉਸ ਤੋਂ ਕਰੀਬ ਤਿਰਲੋਚਨ ਜੀ ਨਾਮਦੇਵ ਜੀ ਇਕੱਠੇ ਹੀ ਹੋਏ ਹੈ। ਔਰ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਤੇ ਰਾਮਾਨੰਦ ਜੀ ਹੈ 1366 ਤੋਂ 1467, 101 ਸਾਲ ਦੀ ਉਮਰ। ਇੱਕ ਸ਼ਬਦ ਹੈ ਇੱਕ ਰਾਗ ਦੇ ਵਿੱਚ। ਰਵਿਦਾਸ ਜੀ ਹੈ 1376 ਹੈ,
ਉਹਨਾਂ ਦਾ ਦੁਨੀਆ ਤੋਂ ਜਾਣ ਦਾ ਸਾਨੂੰ ਈਅਰ ਨਹੀਂ ਪਤਾ ਅਜੇ ਕੀ ਹੈ। ਸੈਨ ਜੀ ਹੈ 1390 ਤੋਂ 1440 ਔਰ ਕਬੀਰ ਜੀ, ਔਰ ਕਬੀਰ ਜੀ ਦੇ ਜੀ 560 ਇੱਥੇ ਲਿਖਿਆ, ਬਟ ਇਸ ਨੰਬਰ ਵਿੱਚ ਥੋੜਾ ਚੇਂਜ ਵੀ ਹੋ ਸਕਦਾ ਹੈ। ਐਗਜ਼ੈਕਟ ਨੰਬਰ ਵੱਖਰੇ ਵੱਖਰੇ ਥੋੜੀ ਕਾਊਂਟਿੰਗ ਵਿਚਕਾਰ ਚੇਂਜਸ ਆ ਜਾਂਦੇ ਨੇ। ਔਰ ਧੰਨਾ ਜੀ ਉਹਨਾਂ ਦੇ 3 ਸ਼ਬਦ ਹੈ 1415 ਤੋਂ ਲੈ ਕੇ ਉਹਨਾਂ ਦਾ ਜਨਮ ਹੋਇਆ ਸੀ। ਸੋ ਗੁਰੂ ਸਾਹਿਬਾਨ ਨੇ ਜਿਹੜੇ ਉਹ 1469 ਤੋਂ ਆਏ ਹੈ ਔਰ ਉਹਨਾਂ ਦੇ ਜੋ ਕਰੀਬ ਕਰੀਬ ਸਮਕਾਲੀਨ ਰਹੇ ਹੈ ਉਹ ਇਹ 5 ਨੇ। ਲਾਈਕ ਪੀਪਾ ਜੀ ਹੋ ਗਏ, ਸੂਰਦਾਸ ਜੀ ਹੋ ਗਏ, ਕਬੀਰ ਜੀ ਵੀ ਹੈ। ਕਬੀਰ ਜੀ ਦੇ ਨਾਲ ਬਹੁਤ ਛੋਟਾ ਪੀਰੀਅਡ ਉਹਨਾਂ ਦਾ ਓਵਰਲੈਪ ਦਾ। ਸੂਰਦਾਸ ਜੀ ਹੋ ਗਏ, ਭੀਖਨ ਜੀ ਹੋ ਗਏ, ਔਰ ਉਸ ਤੋਂ ਬਾਅਦ ਪਰਮਾਨੰਦ ਜੀ ਹੋ ਗਏ ਔਰ ਬੈਨੀ ਜੀ ਹੋ ਗਏ, ਜੋ 15ਵੀਂ ਸੈਂਚੁਰੀ ਚ ਕਹਿੰਦੇ ਆ, ਮਤਲਬ 14 ਸੈਂਚੁਰੀ ਦੇ ਐਂਡ ਵਿੱਚ ਗੁਰੂ ਨਾਨਕ ਸਾਹਿਬ ਦੇ ਥੋੜਾ ਬਹੁਤ ਸਮਕਾਲੀਨ ਭਗਤ ਸਨ ਜਿਨ੍ਹਾਂ ਦੀ ਬਾਣੀ ਦਰਜ ਹੈ। ਤੋ ਜੋ ਬਾਣੀ ਹੈ ਉਹ ਸੈਕੂਲਰਿਜ਼ਮ ਦਾ ਸਭ ਨਾਲ ਪਹਿਲਾ ਔਰ ਸਭ ਨਾਲ ਵੱਡਾ ਮੈਸੇਜ ਦਿੰਦੀ ਹੈ ਕਿ ਇਹ ਨਹੀਂ ਕਿ ਸਿਰਫ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ, ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਨੇ ਆਪ ਦਰਜ ਕੀਤਾ। ਹੁਣ ਅਸੀਂ ਚੱਲਦੇ ਹਾਂ ਰਾਗਾਂ ਦੇ ਬਾਰੇ। ਰਾਗਾਂ ਨਾਲ ਥੋੜੀ ਜਿਹੀ ਜਾਣ ਪਛਾਣ ਕਰਾਂਗੇ, ਕਿਉਂਕਿ ਬਹੁਤ ਡਿਟੇਲ ਵਿੱਚ ਤੇ ਮੇਰੀ ਆਪਣੀ ਹੀ ਨੌਲੇਜ ਬਿਲਕੁਲ ਜ਼ੀਰੋ ਦੇ ਬਰਾਬਰ ਹੈ ਰਾਗਾਂ ਬਾਰੇ, ਪਰ ਥੋੜਾ ਬਹੁਤ ਜਿਤਨਾ ਕੋ ਮਿਨੀਮਮ ਪਤਾ ਹੋਣਾ ਚਾਹੀਦਾ। ਇੱਕ ਤੇ ਹੈ ਕਿ ਰਾਗ ਇਜ਼ ਬੇਸਿਕਲੀ ਅ ਸੈਟ ਆਫ ਰੂਲਸ ਆਫ ਹਾਊ ਟੂ ਬਿਲਡ ਅ ਮੈਲੋਡੀ ਇਨ ਕਲਾਸੀਕਲ ਸਿੰਗਿੰਗ। ਸੋ ਕਲਾਸੀਕਲ ਸਿੰਗਿੰਗ ਨੂੰ ਮੈਲੋਡੀਅਸ ਕਿਸ ਤਰ੍ਹਾਂ ਬਣਾਇਆ ਜਾਏ, ਰਾਗ ਦੇ ਆਪਣੇ ਰੂਲ ਹੁੰਦੇ ਹਨ। ਹਰ ਰਾਗ ਦੇ ਰਾਗ ਜੋ ਹੈ ਇੱਕ ਸਕੇਲ ਨੂੰ ਸਪੈਸੀਫਾਈ ਕਰਦਾ ਕਿ ਅਸੀਂ ਕਿਸ ਸਪੀਡ ਨਾਲ ਸਾਰੇ ਗਾਮਾ ਪਾਦਾ ਵਜਾਣਾ ਹੈ। ਉਹਦੇ ਚ ਦੋ, ਇੱਕ ਅਪ ਮੂਵਮੈਂਟ, ਇੱਕ ਡਾਊਨ ਮੂਵਮੈਂਟ ਹੁੰਦੀ ਹੈ, ਆਰੋਹ ਐਂਡ ਅਵਰੋਹ, ਕਿ ਜਦੋਂ ਅਸੀਂ ਅੱਗੇ ਵੱਲ ਜਾ ਰਹੇ ਹਾਂ ਔਰ ਜਦੋਂ ਪਿੱਛੇ ਵੱਲ ਆ ਰਹੇ ਹਾਂ ਤੇ ਕਿਸ ਸਪੀਡ ਨਾਲ ਕਿਹੜੇ ਅਸੀਂ ਸੁਰਾਂ ਨੂੰ ਲੈਣਾ ਹੈ, ਉਹਨਾਂ ਨੂੰ ਮਿਲਾ ਕੇ ਰਾਗ ਤਿਆਰ ਹੁੰਦੇ ਨੇ। ਇਟਸ ਲਾਈਕ ਰੈਸਪੀਜ਼ ਹੁੰਦਾ, ਜਿਵੇਂ ਅਸੀਂ ਘਰ ਕਈ ਤਰੀਕੇ ਨਾਲ ਇੱਕ ਚੀਜ਼ ਨੂੰ ਬਣਾ ਲਈਦਾ, ਬਟ ਰਾਗਾਂ ਦਾ ਤੇ ਬੇਅੰਤ ਹੀ ਹੈ, ਕਿਉਂਕਿ ਉਹਨਾਂ 7 ਸੁਰਾਂ ਨਾਲ hundreds of ragas have been created. So तीसरी जो चीज है, it also tells which notes should figure more and which notes should be used sparingly. कि किना ਨੂੰ ਅਸੀਂ ਜ਼ਿਆਦਾ ਇਸਤੇਮਾਲ ਕਰਨਾ, ਲਾਈਕ ਸਾ ਬਾਰ ਕਰਨਾ ਹੈ ਜਾਂ ਕੋਈ ਹੋਰ, ਤੇ ਉਹਨਾਂ ਨੂੰ ਕਿਨਾ ਨੂੰ ਘੱਟ ਇਸਤੇਮਾਲ ਕਰਨਾ। ਇਹ ਬੇਸਿਕ ਰਾਗਾਂ ਦੀ ਨੌਲੇਜ ਹੈ। ਹੁਣ ਰਾਗਾਂ ਦੀਆਂ ਨੇ 2 ਖੂਬੀਆਂ ਅਸੀਂ ਲੈ ਕੇ ਦੇਖਦੇ ਹਾਂ ਕਿ ਕੀ ਹੈ। ਇੱਕ ਤੇ ਹੈ ਜੋ ਰਾਗ ਹੈ ਨਾ ਸਾਡੀਆਂ ਭਾਵਨਾਵਾਂ ਨੂੰ ਜਗਾਉਂਦੇ ਹਨ, ਕਿ ਜਦੋਂ ਕਲਾਸੀਕਲ ਸਿੰਗਿੰਗ ਹੁੰਦੀ ਹੈ ਤੇ ਸਾਡੇ ਜੋ ਇਮੋਸ਼ਨਸ ਹੁੰਦੇ ਆ ਨਾ ਬਿਲਕੁਲ ਪਿਓਰਲੀ ਬਾਹਰ ਆਉਂਦੇ ਆ, ਤੇ ਚਾਹੇ ਖੁਸ਼ੀ ਹੋਏ, ਸਮਾਈਲ ਹੋਏ, ਦੁੱਖ ਹੋਏ, ਗਮ ਹੋਏ, ਸਾਡੇ ਅੰਦਰੋਂ ਸਭ ਬਾਹਰ ਆ ਜਾਣਾ ਚਾਹੀਦਾ। ਉਹ ਪ੍ਰੇਮ ਪੂਰੀ ਤਰ੍ਹਾਂ ਝਲਕਣਾ ਚਾਹੀਦਾ ਜਿਸ ਵੀ ਫਾਰਮ ਦੇ ਵਿੱਚ ਹੈ। ਔਰ ਜੋ ਦੂਸਰੀ ਖੂਬੀ ਹੈ ਕਿ ਅਗਰ ਉਹਨਾਂ ਨੂੰ ਨਿਯਤ ਸਮੇਂ ਦੇ ਵਿੱਚ ਗਾਓ ਤਾਂ ਹੋਰ ਵੀ ਜ਼ਿਆਦਾ ਉਹਦਾ ਲਾਭ ਹੁੰਦਾ ਹੈ। So Rag Kirtan is in defined time slot is very or highly beneficial. ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਇਸ ਕਰਕੇ ਅਸੀਂ ਹੁਣ ਅੱਗੇ ਇਹ ਦੇਖੀਏ ਕਿ ਜਿਵੇਂ ਕਿ ਆਮ ਅਸੀਂ ਕਈ ਵਾਰ ਦੇਖਦੇ ਹਾਂ ਜਦੋਂ ਰਾਗਾਂ ਦੇ ਵਿਚਕਾਰ ਤੰਤੀ ਸਾਜ਼ਾਂ ਤੇ ਕੀਰਤਨ ਹੁੰਦੇ ਆ ਤੇ ਬਹੁਤ ਹੀ ਮధుਰ ਫੀਲਿੰਗ ਆਉਂਦੀ ਹੈ। ਅੱਖਾਂ ਬੰਦ ਕਰਕੇ ਸੁਣੋ, ਬੜਾ ਅਗਰ ਬਾਣੀ ਦੇ ਮਤਲਬ ਪਤਾ ਹੋਣ, ਅਗਰ ਗੁਰਬਾਣੀ ਦਾ ਅਸੀਂ ਮਤਲਬ ਜਾਣਦੇ ਹੋਈਏ, ਰਾਗ 'ਚ ਕੀਰਤਨ ਹੋ ਰਿਹਾ ਹੋਏ ਤਾਂ ਉਹਦਾ ਬੈਸਟ ਇੰਪੈਕਟ ਸਾਹਮਣੇ ਆ ਜਾਂਦਾ। ਜੋ ਰਾਗਾਂ ਦਾ ਸਮੇਂ ਦੀ ਗੱਲ ਹੈ ਉਹਨੂੰ ਅਸੀਂ ਪਹਿਰ ਕਹਿੰਦੇ ਆ। ਇਸ ਪਹਿਰ ਦੇ ਬਾਰੇ ਸਾਨੂੰ ਕੁਝ ਪਤਾ ਹੋਣਾ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਪਹਿਰ ਕਿਹਨੂੰ ਕਹਿੰਦੇ ਆ। ਅਸੀਂ ਆਮ ਤੌਰ ਤੇ ਸੁਣਿਆ 8 ਪਹਿਰ ਹੁੰਦੇ ਆ ਦਿਨ ਦੇ, ਤੇ ਸਾਡੇ ਮਾਈਂਡ ਵਿੱਚ ਜੋ ਸਭ ਤੋਂ ਪਹਿਲੇ ਚੀਜ਼ ਆਉਂਦੀ ਹੈ ਕਿ ਪਹਿਰ ਸ਼ਾਇਦ 3 ਘੰਟੇ ਦਾ ਇੱਕ ਹੁੰਦਾ। ਤੋ ਐਸਾ ਰਿਐਲਿਟੀ ਦੇ ਵਿੱਚ ਨਹੀਂ ਹੈ। ਜੋ ਪਹਿਰ ਹੈ ਉਹਦੀ ਟਾਈਮ ਦੀ ਡੈਫੀਨੇਸ਼ਨ ਚੇਂਜ ਹੁੰਦੀ ਰਹਿੰਦੀ ਹੈ। ਜੋ ਗਰਮੀ ਦੇ ਪਹਿਰ ਹੈ ਉਹਦੇ ਵਿਚਕਾਰ ਦਿਨ ਲੰਬਾ ਹੁੰਦਾ ਔਰ ਰਾਤ ਛੋਟੀ ਹੁੰਦੀ ਹੈ। ਔਰ ਜੋ ਕਿ ਦਿਨ ਲੰਬਾ ਤੇ ਦਿਨ ਦੇ ਪਹਿਰ, ਦੈਟ ਮੀਨਸ ਸਨਰਾਈਜ਼ ਟੂ ਸਨਸੈਟ ਦਾ ਜੋ ਸਮਾਂ ਵੱਧ ਜਾਂਦਾ ਤੇ ਪਹਿਰ ਦੀ ਲੰਬਾਈ ਵੀ ਵੱਧ ਜਾਂਦੀ ਹੈ। ਔਰ ਰਾਤ ਦੇ ਵੇਲੇ ਪੈਰ ਦੀ ਲੰਬਾਈ ਸ਼ਰਿੰਕ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ। ਐਕਚੁਅਲੀ ਇਹ ਆਲਮੋਸਟ ਐਵਰੀ ਡੇ ਇਟ ਹੈਪਨਸ, ਕਿਉਂਕਿ ਦਿਨ ਦੀ ਜੋ ਲੰਬਾਈ ਹੈ ਰੋਜ਼ ਹੀ ਬਦਲਦੀ ਹੈ, ਤਾਂ ਪੈਰ ਦਾ ਸਮਾਂ ਫਿਕਸ ਨਹੀਂ ਹੈ। ਜਿਸ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ ਨਾਰਦਰਨ ਇੰਡੀਆ ਦੇ ਵਿਚਕਾਰ, ਇਹ 2.5 ਘੰਟੇ ਤੋਂ 3.5 ਘੰਟੇ ਦੀ ਵੇਰੀਏਸ਼ਨ ਹੈ। ਔਰ ਅਸੀਂ ਦੇਖਦੇ ਹਾਂ ਜਿਵੇਂ ਦਰਬਾਰ ਸਾਹਿਬ ਤੋਂ ਵੀ ਟਾਈਮਿੰਗਸ ਚੇਂਜ ਹੁੰਦੇ ਰਹਿੰਦੇ ਨੇ। ਆਸਾ ਦੀ ਵਾਰ ਦੇ ਟਾਈਮ ਚੇਂਜ ਹੁੰਦੇ ਆ, ਪ੍ਰਕਾਸ਼ ਕਰਨ ਦੇ, ਬਿਲਾਵਲ ਦੀ ਚੌਕੀ ਦੇ, ਉਹ ਟਾਈਮਿੰਗਸ ਰੋਜ਼ ਤੇ ਨਹੀਂ ਚੇਂਜ ਕਰ ਸਕਦੇ, ਬਟ ਸਮੇਂ ਸਿਰ ਉਹ ਚੇਂਜ ਕਰਦੇ ਰਹਿੰਦੇ ਆ।
ਸੋ ਜੋ ਪੈਰ ਦੀ ਲੰਬਾਈ ਨੂੰ ਦੇਖਦੇ ਹੋਏ ਉਹ ਇਸੇ ਤਰ੍ਹਾਂ ਜੋ ਸਰਦੀਆਂ ਦੇ ਪੈਰ ਹੈ ਉਹਦੇ 'ਚ ਕਿਉਂਕਿ ਰਾਤਾਂ ਲੰਬੀਆਂ ਹੁੰਦੀਆਂ ਨੇ, ਇਸ ਕਰਕੇ ਰਾਤਰੀ ਦੇ ਪੈਰ ਲੰਬੇ ਹੋ ਜਾਂਦੇ ਨੇ। ਔਰ ਇਸ ਤਰ੍ਹਾਂ ਦੇਖਿਆ ਜਾਏ ਕਿ ਅੱਜ ਦੀ ਤਾਰੀਖ ਵਿੱਚ ਜਦੋਂ ਇੱਥੇ ਠੰਡ ਪੈ ਰਹੀ ਹੈ ਦਿੱਲੀ ਦੇ ਵਿਚਕਾਰ, ਤੇ ਜੋ ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਉੱਥੇ ਅੱਜ ਕੱਲ੍ਹ ਗਰਮੀ ਪੈ ਰਹੀ ਹੈ, ਤੇ ਉਸ ਜਗ੍ਹਾ ਦੀ ਲੋਕੇਸ਼ਨ ਦੇ ਹਿਸਾਬ ਨਾਲ ਅੱਜ ਕੱਲ੍ਹ ਉੱਥੇ ਦੇ ਪਹਿਰ ਲੰਬੇ ਹਨ ਤੇ ਇੱਥੇ ਦੇ ਪਹਿਰ ਛੋਟੇ ਹਨ। ਸੋ ਇਹ ਇੱਕ ਛੋਟੀ ਜਿਹੀ ਜਾਣਕਾਰੀ ਹੈ ਜੋ ਇੱਕ ਰੋਲ ਪਲੇ ਕਰ ਸਕਦੀ ਹੈ। ਜਿਵੇਂ ਰਹਿਰਾਸ ਸਾਹਿਬ ਦੇ ਪਾਠ ਦਾ ਸਮਾਂ ਉਹ ਵੀ ਥੋੜਾ ਅਸੀਂ ਕਹਿੰਦੇ ਤਰਕਾਲਾਂ ਵੇਲੇ ਜਿਉਂ ਰੋਸ਼ਨੀ ਜਾਰੀ ਹੋਏ, ਥੋੜਾ ਥੋੜਾ ਹਨੇਰਾ ਪੈਣਾ ਸ਼ੁਰੂ ਹੋਏ, ਉਸ ਵੇਲੇ ਰਹਿਰਾਸ ਸਾਹਿਬ ਕਰਦੇ ਆ, ਤੇ ਉਹ ਟਾਈਮ ਵੀ ਟਾਈਮ ਟੂ ਟਾਈਮ ਬਦਲਦਾ ਰਹਿੰਦਾ। ਗਰਮੀਆਂ ਦੇ ਵਿੱਚ ਰਹਿਰਾਸ ਸਾਹਿਬ ਲੇਟ ਹੁੰਦੇ ਆ, ਸਰਦੀਆਂ ਦੇ ਵਿੱਚ ਥੋੜਾ ਜਲਦੀ ਹੋ ਜਾਂਦੇ ਆ। ਹੁਣ ਜੋ ਅਸੀਂ ਟੌਪਿਕ ਲੈਣ ਜਾ ਰਹੇ ਹਾਂ ਇਹ ਬਹੁਤ ਹੀ ਇੰਪੋਰਟੈਂਟ ਸਰ ਟੌਪਿਕ, ਤੇ ਗੁਰੂ ਸਾਹਿਬ ਨਾਲ ਜੁੜੇ ਨੇ ਸਾਰੇ ਇੰਪੋਰਟੈਂਟ ਹੈ। ਅਸੀਂ ਕਿਹਾ ਸੀ ਰਾਗ ਸਾਡੀਆਂ ਭਾਵਨਾਵਾਂ ਨੂੰ ਜਗਾਉਂਦੇ ਆ, ਤੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਤਰ੍ਹਾਂ ਨਾਲ ਜੋ ਵੀ ਵਰਡ ਚੈਪਟਰ ਵੀ ਯੂਜ਼ ਕਰਨਾ ਠੀਕ ਨਹੀਂ ਹੈ, ਤੇ ਜੋ ਵੀ ਨਵੇਂ ਰਾਗ ਹਨ ਗੁਰੂ ਗ੍ਰੰਥ ਸਾਹਿਬ ਦਾ ਜੋ ਬਾਣੀ 'ਚ ਡਿਵੀਜ਼ਨ ਹੈ ਉਹ ਰਾਗਾਂ ਦੇ ਬੇਸਡ ਹੈ, ਅਸੀਂ ਸਭ ਜਾਣਦੇ ਹਾਂ। ਉਹ ਟੌਪਿਕ ਦੇ ਬੇਸਡ ਨਹੀਂ ਹੈ ਕਿ ਇਹ ਦੁੱਖ ਵਾਲਾ ਟੌਪਿਕ ਹੈ, ਸੁੱਖ ਵਾਲਾ ਟੌਪਿਕ ਹੈ, ਇਹ ਫਲਾਣਾ ਟੌਪਿਕ ਹੈ। ਉਹ ਗੁਰੂ ਸਾਹਿਬਾਨ ਨੇ ਰਾਗਾਂ ਨੂੰ ਇਤਨੀ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ ਕਿ ਰਾਗ ਦੇ ਵਿਚਕਾਰ ਜਿਤਨੇ ਵੀ ਤਰ੍ਹਾਂ ਦੇ ਫਰਦਰ ਟੌਪਿਕਸ ਹੋਣਗੇ, ਚਾਹੇ ਉਹ ਖੁਸ਼ੀ ਦਾ ਚਾਹੇ ਗਮੀ ਦਾ, ਪਰ ਰਾਗ ਦੇ ਵਿਚਕਾਰ ਉਸ ਵਕਤ ਦੀ ਮਹੱਤਤਾ ਬਹੁਤ ਜ਼ਿਆਦਾ ਹੈ, ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਹੋਏ। ਗੁਰੂ ਸਾਹਿਬਾਨ ਨੇ ਬਾਣੀ ਨੂੰ ਰਾਗਾਂ ਦੇ ਵਿੱਚ ਵੰਡਿਆ, ਤੇ ਅਸੀਂ ਆਓ ਇੱਕ ਇੱਕ ਕਰਕੇ ਦੇਖਦੇ ਹਾਂ ਇਹਨਾਂ ਰਾਗਾਂ ਦੇ ਬਾਰੇ ਗੁਰੂ ਸਾਹਿਬਾਨ ਨੇ ਕਿਸ ਤਰ੍ਹਾਂ ਇਹਨੂੰ ਸਜਾਇਆ ਹੈ। ਇੱਕ ਤੇ ਹੁੰਦੀ ਮੋਹ ਮਾਇਆ। ਇਹ ਜੋ ਮੋਹ ਮਾਇਆ ਹੈ ਬੇਸਿਕਲੀ ਜਿਹਨੂੰ ਅਸੀਂ ਇਲੂਜ਼ਨ ਕਿਹਾ, ਇਹ ਇਲੂਜ਼ਨ ਦੇ ਬਾਰੇ ਇੱਥੇ ਗੁਰੂ ਸਾਡੇ ਕੋਲ ਦੋ ਰਾਗ ਹਨ। ਇੱਕ ਤੇ ਹੈ ਸ਼੍ਰੀ ਰਾਗ ਜੋ ਕਿ ਰਾਤਰੀ ਦੇ ਪਹਿਲੇ ਪੈਰ 'ਚ ਗਾਏ ਜਾਂਦੇ ਹਨ, ਔਰ ਇੱਕ ਵਡਹੰਸ ਰਾਗ ਹੈ ਜੋ ਦਿਨ ਦੇ ਤੀਸਰੇ ਪੈਰ 'ਚ ਗਾਏ ਜਾਂਦੇ ਹਨ। ਅੱਛਾ, ਇਹ ਅਸੀਂ ਜੋ ਪਹਿਰ ਲਿਖੇ ਜੋ ਰਾਤਰੀ ਦੇ ਉਹ ਅਸੀਂ ਡਾਰਕ ਕਲਰ 'ਚ ਲਿਖੇ ਹੈ, ਔਰ ਜੋ ਦਿਨ ਦੇ ਪੈਰ ਹੈ ਉਹ ਲਾਈਟ ਕਲਰ 'ਚ ਲਿਖੇ ਹੈ। ਲਾਈਕ ਦਿਨ ਦਾ ਤੀਸਰਾ ਪੈਰ और रात्रि ਦਾ ਪਹਿਲਾ ਪੈਰ। तो जो श्री राग है वो श्री राग ਦਾ ਜੋ ਸਮਾਂ ਹੀ ਹੈ ਉਹ ਰਾਤਰੀ ਦਾ ਪਹਿਲਾ ਪੈਰ ਹੈ। ਦੈਟ ਮੀਨਸ ਜੋ ਹੀ ਰਾਤ ਹਨੇਰਾ ਸ਼ੁਰੂ ਹੁੰਦਾ ਹੈ ਉਸ ਵੇਲੇ ਸ਼੍ਰੀ ਰਾਗ ਦੇ ਜੋ ਵੀ ਸ਼ਬਦ ਹੋਣਗੇ ਉਹਨਾਂ ਦੀ ਜੋ ਇੰਪੈਕਟ ਆਏਗਾ, ਜੋ ਉਹਦਾ ਸਾਡੇ ਤੇ ਹਿਰਦੇ ਤੇ ਪ੍ਰਭਾਵ ਪਏਗਾ ਉਹ ਬਹੁਤ ਜ਼ਿਆਦਾ ਹੋਏਗਾ। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਜੋ ਨੈਕਸਟ ਇਮੋਸ਼ਨ ਹੈ ਉਹ ਹੈ ਮੈਰਿਟਸ ਆਫ ਗॉड, ਰੱਬੀ ਗੁਣ, ਜਿਨ੍ਹਾਂ ਨੂੰ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਲੈ ਕੇ ਆਉਣਾ ਹੈ। तो जो रब्बी गुण है वो रब्बी गुणों ਨੂੰ ਸਮਝਣਾ, ਉਹਨਾਂ ਨਾਲ ਜੁੜਨਾ, ਰੱਬੀ ਗੁਣਾਂ ਨੂੰ ਅਪਣਾਉਣਾ, ਇਹਦੇ ਬਾਰੇ ਵੀ ਦੋ ਰਾਗ ਹਨ। ਇੱਕ ਤੇ ਰਾਗ ਸੋਰਠ ਹੈ ਜੋ ਰਾਤਰੀ ਦੇ ਦੂਸਰੇ ਪੈਰ ਵਿੱਚ ਹਨ, ਔਰ ਇੱਕ ਰਾਗ ਬੈਰਾੜੀ ਹਨ ਜੋ ਕਿ ਦਿਨ ਦੇ ਪਹਿਲੇ ਪੈਰ ਵਿੱਚ ਹਨ। ਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਇੱਕ ਤੀਸਰਾ ਜੋ ਹੈ ਜੋ ਅਸੂਲਾਂ ਨੂੰ ਔਰ ਗੂੜ ਵਿਚਾਰਾਂ ਨੂੰ, ਜੋ ਪ੍ਰਿੰਸੀਪਲਸ ਨੇ। ਜ਼ਿਆਦਾ ਤੋਂ ਜ਼ਿਆਦਾ ਪ੍ਰਿੰਸੀਪਲਸ ਦੀਆਂ ਗੱਲਾਂ ਸਾਨੂੰ ਕਿੱਥੇ ਮਿਲਣਗੀਆਂ ਔਰ ਜ਼ਿਆਦਾ ਤੋਂ ਜ਼ਿਆਦਾ ਗਹਿਰੇ ਵਿਚਾਰਸ਼ੀਲਤਾ ਵਾਲੇ ਸ਼ਬਦ ਕਿੱਥੇ ਮਿਲਣਗੇ, ਉਹ ਸਾਨੂੰ ਮਿਲਦੇ ਹਨ ਇੱਕ ਤੇ ਰਾਗ ਗੌੜੀ ਦੇ ਵਿਚਕਾਰ ਜੋ ਕਿ ਦਿਨ ਦੇ ਚੌਥੇ ਪੈਰ 'ਚ ਗਾਏ ਜਾਂਦੇ ਹਨ, ਇੱਕ ਰਾਗ ਜੈਤਸਰੀ ਦੇ ਵਿਚਕਾਰ ਜੋ ਕਿ ਰਾਤਰੀ ਦੇ ਪਹਿਲੇ ਪੈਰ 'ਚ ਗਾਏ ਜਾਂਦੇ ਹਨ। ਫਿਰ ਹੈ ਭਗਤੀ ਜਾਂ ਡਿਵੋਸ਼ਨ। ਡਿਵੋਸ਼ਨ ਦੇ ਬਹੁਤ ਸਾਰੇ ਸਾਨੂੰ ਸ਼ਬਦ ਜਿਹੜੇ ਹੈ ਉਹ ਮਿਲਣਗੇ ਇੱਕ ਤੇ ਰਾਗ ਗੁਜਰੀ ਦੇ ਵਿਚਕਾਰ, ਚਾਰ ਰਾਗਾਂ ਵਿੱਚ ਨੇ ਐਕਚੁਅਲੀ, ਜੋ ਦਿਨ ਦੇ ਦੂਸਰੇ ਪੈਰ 'ਚ ਗਾਏ ਜਾਂਦੇ ਹਨ। ਰਾਗ ਕਾਨੜਾ ਦੇ ਵਿਚਕਾਰ ਜੋ ਕਿ ਰਾਤਰੀ ਦੇ ਦੂਸਰੇ ਪੈਰ 'ਚ ਗਾਏ ਜਾਂਦੇ ਹਨ। ਰਾਗ ਕਲਿਆਣ ਦੇ ਵਿੱਚ ਜੋ ਕਿ ਰਾਤਰੀ ਦੇ ਪਹਿਲੇ ਪੈਰ 'ਚ ਨੇ, ਔਰ ਰਾਗ ਪ੍ਰਭਾਤੀ ਜੋ ਕਿ ਰਾਤਰੀ ਦੇ ਚੌਥੇ ਪੈਰ ਨੇ। ਇਹ ਪ੍ਰਭਾਤੀ ਰਾਗ ਦੇ ਸ਼ਬਦ ਸਵੇਰੇ ਸਵੇਰੇ ਜਿਹਨੂੰ ਕਹਿੰਦੇ ਅੰਮ੍ਰਿਤ ਵੇਲਾ ਉੱਠ ਕੇ ਜਦੋਂ ਪੜ੍ਹੇ ਜਾਂਦੇ ਹਨ ਤੇ ਇਹਦਾ ਇਤਨਾ ਜ਼ਿਆਦਾ ਇੰਪੈਕਟ ਹੁੰਦਾ ਪ੍ਰਭਾਤੀ ਰਾਗ ਦਾ ਕਿ ਸਾਰਾ ਦਿਨ ਜੋ ਹੈ ਇਨਸਾਨ ਹੈ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰਦਾ ਹੈ। ਔਰ ਪ੍ਰਭਾਤੀ ਰਾਗ ਰੋਸ਼ਨੀ ਹੋਣ ਤੋਂ ਪਹਿਲੇ ਹੀ, ਜਸਟ ਰੋਸ਼ਨੀ ਹੋਣ ਤੋਂ ਪਹਿਲੇ ਹੀ ਪ੍ਰਭਾਤੀ ਰਾਗ ਦੇ ਸ਼ਬਦ ਗਾਉਣ ਦੀ ਗੁਰੂ ਸਾਹਿਬਾਨ ਨੇ ਹਿਦਾਇਤ ਦਿੱਤੀ ਹੈ। ਇਸ ਤੋਂ ਬਾਅਦ ਆਉਂਦੇ ਹੈ ਈਅਰਨਿੰਗ ਡਿਊ ਟੂ ਸੈਪਰੇਸ਼ਨ, ਯਾਨੀ ਕਿ ਜੋ ਤੜਫ ਹੈ ਅਲੱਗ ਹੋਣ ਦੀ, ਜੋ ਪਰਮਾਤਮਾ ਤੋਂ ਅਸੀਂ ਦੂਰੀ ਮਹਿਸੂਸ ਕਰਕੇ ਜੋ ਮਹਿਸੂਸ ਕਰਦੇ ਹਾਂ ਪਰਮਾਤਮਾ ਸਾਡੇ ਤੋਂ ਇਤਨੀ ਦੂਰ ਕਿਉਂ ਹੈ, ਉਹਦੇ ਲਈ ਵੀ ਤਿੰਨ ਰਾਗ ਹਨ। ਰਾਗ ਬਿਹਾਗੜਾ ਰਾਤਰੀ ਦੇ ਦੂਸਰੇ ਪੈਰ ਵਿੱਚ, ਰਾਗ ਟੋਡੀ ਜੋ ਕਿ ਦਿਨ ਦੇ ਦੂਸਰੇ ਪੈਰ ਵਿੱਚ, ਔਰ ਰਾਗ ਸਾਰੰਗ ਆਲਸੋ ਦਿਨ ਦੇ ਦੂਸਰੇ ਪੈਰ ਵਿੱਚ ਗਾਏ ਜਾਂਦੇ ਹਨ। ਇੱਕ ਇਨਸਾਨ ਆਸਾਂ ਉਹਨੂੰ ਹਮੇਸ਼ਾ ਹੋਪ ਪੈਂਦੀ ਹੈ, ਹੋਪ ਹੈ ਤੇ ਅਸੀਂ ਚੱਲਦੇ ਹਾਂ, ਹੋਪ ਨਾ ਹੋਏ ਤੇ
ਅਸੀਂ ਜੀਵਨ ਵਿੱਚ ਚੱਲ ਵੀ ਨਹੀਂ ਸਕਦੇ। ਸੋ ਹੋਪ ਇੱਕ ਬਹੁਤ ਵੱਡੀ ਇਨਸਾਨ ਦੀ ਐਟਰੀਬਿਊਟ ਹੈ ਜੋ ਹਰ ਇੱਕ 'ਚ ਹੋਣੀ ਚਾਹੀਦੀ ਹੈ। ਉਹਦੇ ਲਈ ਜੋ ਸ਼ਬਦ ਔਰ ਜੋ ਰਾਗ ਹੈ ਉਹ ਵੀ ਆਸਾ ਰਾਗ ਹੀ ਹੈ। ਸੋ ਆਸਾ ਰਾਗ ਦੇ ਵਿੱਚ ਆਸ ਦੇ ਸਭ ਨਾਲ ਜ਼ਿਆਦਾ ਸਾਨੂੰ ਸ਼ਬਦ ਮਿਲਦੇ ਹਨ ਜੋ ਕਿ ਰਾਤਰੀ ਦੇ ਚੌਥੇ ਪੈਰ 'ਚ ਗਾਏ ਜਾਂਦੇ। ਮੈਂ ਐਕਚੁਅਲੀ ਸਿਰਫ ਇਹੀ ਯਾਦ ਕਰ ਪਾਇਆ ਸੀ, ਬਾਕੀਆਂ ਮੇਰੇ ਲਈ ਮੁਸ਼ਕਿਲ ਲੱਗ ਰਹੇ ਸੀ ਕਿ ਆਸਾ ਰਾਗ ਜਿਹੜਾ ਹੈ ਉਹ ਆਸ ਦੇ ਲਈ ਹੈ, ਹੋਪ ਦੇ ਲਈ। ਸੋ ਇਸ ਤੋਂ ਬਾਅਦ ਅਸੀਂ ਚਲਦੇ ਹਾਂ, ਜਦੋਂ ਯੋਗੀ ਗੁਰੂ ਨਾਨਕ ਸਾਹਿਬ ਨੇ ਯੋਗੀਆਂ ਨਾਲ ਵਾਰਤਾਲਾਪ ਕੀਤੀ ਔਰ ਜਦੋਂ ਉਹਨਾਂ ਨੇ ਆਪਣਾ ਯੋਗੀਆਂ ਵਾਲਾ ਜੀਵਨ ਛੋੜ ਕੇ ਗ੍ਰਸਤ ਜੀਵਨ 'ਚ ਵਾਪਿਸ ਆਏ ਔਰ ਵਾਪਿਸ ਹੀ ਨਹੀਂ ਆਏ, ਬਹੁਤ ਸਾਰੇ ਲੋਕ ਗੁਰੂ ਨਾਨਕ ਸਾਹਿਬ ਦੇ ਫੋਲੋਅਰ ਬਣੇ, ਬਹੁਤ ਸਾਰੇ, ਬਹੁਤ ਵੱਡੀ ਤਾਦਾਦ 'ਚ। ਅਸੀਂ ਅੱਜ ਕਹਿੰਦੇ ਹਾਂ ਵੀ ਸ਼ਾਇਦ ਸਾਨੂੰ ਪਤਾ ਨਹੀਂ ਇਤਨਾ ਸਿੱਖ ਕਿੱਥੋਂ ਬਣਿਆ, ਤੇ ਇੱਕ ਬੜੀ ਵੱਡੀ ਤਾਦਾਦ ਵਿਚਕਾਰ, ਕਿਉਂਕਿ ਯੋਗੀਆਂ ਦੀ ਆਪਣੀ ਬੜੀ ਫੋਲੋਇੰਗ ਸੀ, ਤੇ ਉਹ ਜਿਹੜੇ ਨੇ ਰਾਗ ਰਾਮਕਲੀ ਦੇ ਵਿਚਕਾਰ ਜੋ ਰਾਤਰੀ ਦੇ ਚੌਥੇ ਪੈਰ 'ਚ ਗਾਏ ਜਾਂਦੇ ਆ, ਜੋ ਦੁੱਖ ਨਾਲ ਰਿਲੇਟਡ ਹੈ ਸ਼ਬਦ, ਕਿ ਇਨਸਾਨ ਜਦੋਂ ਦੁੱਖ ਦੇ ਵਿੱਚ ਹੁੰਦਾ ਤੇ ਕੋਈ ਆਸਰਾ ਲੱਭ ਰਿਹਾ ਹੁੰਦਾ, ਕੋਈ ਉਹਨੂੰ ਸਪੋਰਟ ਚਾਹੀਦੀ ਹੁੰਦੀ ਹੈ, ਤੇ ਉਹਦੇ ਲਈ ਜੋ ਰਾਗ ਹੈ ਉਹ ਹੈ ਰਾਗ ਭੈਰੋ, ਜੋ ਕਿ ਰਾਤਰੀ ਦੇ ਤੀਸਰੇ ਪੈਰ ਦੇ ਵਿੱਚ ਗਾਏ ਜਾਂਦੇ ਹਨ। ਔਰ ਫਿਰ ਜੋ ਹੈ ਇੱਕ ਉਦਾਸੀ ਦੀ ਸੁੰਦਰਤਾ ਹੁੰਦੀ ਹੈ, ਇੱਕ ਸੈਡਨੈਸ ਦੇ ਵਿੱਚ ਇੱਕ ਆਪਣੀ ਖੂਬਸੂਰਤੀ ਹੁੰਦੀ ਹੈ, ਔਰ ਉਹ ਸੈਡਨੈਸ ਵੀ ਕਈ ਵਾਰ ਹੁੰਦੀ ਹੈ ਕਿ ਪਰਮਾਤਮਾ ਅਜੇ ਵੀ ਆਪਣੇ ਤੋਂ ਕਿਉਂ ਦੂਰ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਨਹੀਂ ਮਿਲ ਰਹੇ। ਫਿਰ ਇੱਕ ਸਮਾਈਲ ਜੀ ਵੀ ਆਉਂਦੀ ਹੈ, ਖੂਬਸੂਰਤੀ ਉਹਦੀ ਆਪਣੀ। ਉਹ ਤਿਲੰਗ ਰਾਗ ਹੈ ਜੋ ਕਿ ਦਿਨ ਦੇ ਤੀਸਰੇ ਪੈਰ ਵਿੱਚ, ਔਰ ਉਹ ਇੱਕ ਜੈਜਾਵੰਤੀ ਜਿਸ ਰਾਗ ਦੀ ਖੋਜ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ, ਉਹ ਰਾਤਰੀ ਦੇ ਤੀਸਰੇ ਪੈਰ 'ਚ। ਤੁਸੀਂ ਇਹ ਦੇਖੋ, ਰਾਤਰੀ ਦਾ ਤੀਸਰਾ ਪੈਰ ਯਾਨੀ ਕਿ ਰਾਤ 1 ਵਜੇ ਤੋਂ ਲੈ ਕੇ ਕਰੀਬ ਸਵੇਰੇ 3:30 4 ਵਜੇ ਤੱਕ ਦਾ ਸਮਾਂ, ਔਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੋਏ ਔਰ ਰਾਗਾਂ ਦੇ ਵਿੱਚ ਗਾਰੀ ਜਾਇਰੀ ਹੋਏ, ਔਰ ਕੀ ਕੁਝ ਉਹਦਾ ਇੰਪੈਕਟ ਹੋਏਗਾ ਜੈਜਾਵੰਤੀ ਰਾਗ ਦੇ ਵਿਚਕਾਰ। ਤੋਂ ਇੱਕ ਆਪਣੇ ਆਪ 'ਚ ਇੱਕ ਅਦਭੁਤ ਨਜ਼ਾਰਾ ਹੀ ਹੁੰਦਾ। ਜੋ ਪ੍ਰੇਮ ਨਾਲ ਹੈ, ਜੋ ਪਰਮਾਤਮਾ ਦੇ ਪਿਆਰ ਦੇ ਵਿਚਕਾਰ ਡੁੱਬੇ ਹੋਏ ਸ਼ਬਦ ਨੇ, ਉਹ ਨੇ ਜ਼ਿਆਦਾ ਤੋਂ ਜ਼ਿਆਦਾ ਰਾਗ ਕੇਦਾਰਾ ਦੇ ਵਿੱਚ, ਜੋ ਕਿ ਰਾਤਰੀ ਦੇ ਪਹਿਲੇ ਪੈਰ 'ਚ ਗਾਏ ਜਾਂਦੇ ਨੇ। ਇਸ ਤੋਂ ਬਾਅਦ ਇੱਕ ਹੋਰ ਆਉਂਦਾ ਸਾਡੇ ਕੋਲ ਬਰੇਵਰੀ, ਯਾਨੀ ਕਿ ਵੀਰਤਾ ਦੇ ਸ਼ਬਦ, ਜਿਨ੍ਹਾਂ ਸੁਣ ਕੇ ਜੋਸ਼ ਚੜ੍ਹਦਾ ਖੂਬ। ਉਹ ਜਿਹੜੇ ਸ਼ਬਦ ਨੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਵੀਰਤਾ ਨਾਲ ਰਿਲੇਟਡ ਸ਼ਬਦ ਮਿਲਣਗੇ ਰਾਗ ਮਾਰੂ ਦੇ ਅੰਦਰ। ਜੋ ਰਾਗ ਮਾਰੂ ਹੈ ਉਹ ਦਿਨ ਦੇ ਤੀਸਰੇ ਪੈਰ 'ਚ ਗਾਏ ਜਾਂਦੇ ਹਨ, ਔਰ ਇਹੀ ਉਹ ਸਮਾਂ ਜਿਸ ਵੇਲੇ ਬਹੁਤ ਜ਼ਿਆਦਾ ਵੀਰ ਗਤੀਆਂ ਵੀ ਹੋਈਆਂ, ਬਹੁਤ ਜ਼ਿਆਦਾ ਵੀਰ ਕੀ ਕਹਿਣਾ ਚਾਹੀਦਾ ਯੋਧਾ ਵੀ ਸਨ। ਉਹ ਇਸ ਟਾਈਮ ਦੇ ਉੱਤੇ ਮੈਕਸੀਮਮ ਜਿਹੜੀ ਹੈ ਉਹਦੀ ਨੀਡ ਵੀ ਫੀਲ ਕੀਤੀ ਉਹਨਾਂ ਨੇ। ਔਰ ਜੋ ਆਤਮਾ ਦਾ ਸੁੰਦਰੀਕਰਨ ਹੈ, ਦੈਟ ਮੀਨਸ ਜਦੋਂ ਆਪਣੀ ਸੋਲ ਬਿਊਟੀਫਾਈ ਹੁੰਦੀ, ਜਦੋਂ ਸੋਲ ਨੂੰ ਲੱਗਦਾ ਕਿ ਕੁਝ ਬਹੁਤ ਸੋਹਣਾ ਗਿਆਨ ਕਿੱਥੋਂ ਮਿਲਿਆ, ਔਰ ਖੁਸ਼ੀ ਜੀ ਜ਼ਾਹਿਰ ਹੁੰਦੀ ਹੈ। ਤੇ ਜੋ ਬਿਊਟੀਫਿਕੇਸ਼ਨ ਆਫ ਸੋਲ ਹੈ ਉਹ ਹੈ ਰਾਗ ਬਿਲਾਵਲ ਦੇ ਥਰੂ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਜੋ ਖੁਸ਼ੀ ਹੈ, ਖੁਸ਼ੀ ਹੈਪੀਨੈਸ, ਜਿਹਨੂੰ ਅਸੀਂ ਸਾਰੇ ਅੱਛੀ ਤਰ੍ਹਾਂ ਸਮਝਦੇ ਹਾਂ। ਇਨਸਾਨ ਜਿਸ ਵੇਲੇ ਖੁਸ਼ ਹੋਏ, ਤੇ ਇਹਦੇ 'ਚ ਵੀ 2 ਰਾਗ ਹਨ ਜਿਹਦੇ 'ਚ ਖੁਸ਼ੀ ਦੇ ਸ਼ਬਦ ਹੈ, ਇੱਕ ਰਾਗ ਮਾਲੀ ਗੌੜਾ ਤੇ ਰਾਗ ਬਸੰਤ। ਦੋਨੋਂ ਦੇ ਦੋਨੋਂ ਹੀ ਰਾਤਰੀ ਦੇ ਪਹਿਲੀ ਪੈਰ 'ਚ ਗਾਏ ਜਾਣ ਵਾਲੇ ਹਨ। ਇੱਕ ਹੋਰ ਹੈ ਜੋਏ ਆਫ ਰੀਯੂਨੀਅਨ, ਯਾਨੀ ਕਿ ਪਰਮਾਤਮਾ ਨਾਲ ਦੁਬਾਰਾ ਮਿਲਣ ਦੀ ਖੁਸ਼ੀ। ਇਹ ਅਸੀਂ ਇਸੇ ਤਰ੍ਹਾਂ ਕੰਪੇਅਰ ਕਰ ਲਈਏ ਵੀ ਜਿਵੇਂ ਕੋਈ ਬਰਡ ਹੈ, ਉਹ ਆਪਣੇ ਫਲੌਕ ਤੋਂ ਜਾਂ ਆਪਣੇ ਗਰੁੱਪ ਤੋਂ ਵੱਖਰੀ ਹੋ ਗਈ ਹੈ, ਔਰ ਦੁਬਾਰਾ ਉਹਨੂੰ ਦੇਖ ਕੇ ਇੱਕਦਮ ਲੱਗੇ ਅਰੇ ਮੈਂ ਤਾਂ ਇਤਨੇ ਪਰੇਸ਼ਾਨ ਸੀ, ਮਤਲਬ ਇਸ ਤਰ੍ਹਾਂ ਇਨਸਾਨ ਇਕੱਲਾ ਪੈ ਜਾਂਦਾ। ਉਹ ਫਿਰ ਜਿਵੇਂ ਪਰਮਾਤਮਾ ਦੇ ਨਾਲ ਰੀਯੂਨੀਅਨ ਹੈ, ਉਹਦੀ ਜੋ ਖੁਸ਼ੀ ਹੈ, ਉਹਦੇ ਲਈ ਬਹੁਤ ਸਾਰੇ ਸਾਡੇ ਕੋਲ ਰਾਗ ਹਨ। ਐਕਚੁਅਲੀ ਉਹ 7 ਰਾਗਾਂ ਦੇ ਵਿਚਕਾਰ ਉਹਨਾਂ ਨੂੰ ਕਵਰ ਕੀਤਾ ਗਿਆ। ਦੈਟ ਮੀਨਸ ਬੜਾ ਵੱਡਾ ਗੁਰਬਾਣੀ ਦਾ ਜੋ ਬੇਸ ਹੈ ਉਹ ਪਰਮਾਤਮਾ ਨੂੰ ਮਿਲਣ ਦੀ ਖੁਸ਼ੀ ਨਾਲ ਰਿਲੇਟਡ ਹੈ, ਔਰ ਇਸੀ ਨੂੰ ਬਹੁਤ ਜਗ੍ਹਾ ਤੇ ਆਨੰਦ ਦੀ ਅਵਸਥਾ ਵੀ ਕਿਹਾ, ਬਲਿਸ, ਜਿੱਥੇ ਇਨਸਾਨ ਆਨੰਦ ਦੇ ਵਿੱਚ ਰਹਿੰਦਾ। ਸੋ ਰਾਗ ਮਾਝ ਹੈ, ਰਾਗ ਦੇਵਗੰਧਾਰੀ, ਰਾਗ ਸੂਹੀ, ਰਾਗ ਗੌਂਡ, ਰਾਗ ਨਟ ਨਾਰਾਇਣ, ਰਾਗ ਤੁਖਾਰੀ ਔਰ ਰਾਗ ਮਲਾਰ। 7 ਰਾਗ ਨੇ ਜਿਨ੍ਹਾਂ ਦੇ ਵਿੱਚ ਪਰਮਾਤਮਾ ਨਾਲ ਰੀਯੂਨੀਅਨ ਦੇ ਸ਼ਬਦ ਸਾਡੇ ਕੋਲ ਮਿਲਦੇ ਹਨ। ਇੱਕ ਹੈ ਮਿਕਸਡ ਫੀਲਿੰਗ, ਜਿੱਥੇ ਅਸੀਂ ਡਿਫਾਈਨ ਨਹੀਂ ਕਰ ਪਾ ਰਹੇ, ਪਰ ਬਹੁਤ ਟਾਈਪ ਨੇ, ਕਦੀ ਗਮ ਕਦੀ ਖੁਸ਼ੀ, ਚੇਂਜਸ ਬੜੇ ਆ ਰਹੇ ਮਾਈਂਡ ਦੇ ਵਿਚਕਾਰ। ਅੱਜ ਹੁਣੇ ਥੋੜੀ ਦੇਰ ਬਾਅਦ ਕੁਝ ਹੋਰ ਹੋ ਗਿਆ, ਫਿਰ ਠੀਕ ਹੋ ਗਿਆ, ਫਿਰ ਕੁਝ ਹੋ ਗਿਆ। ਇੱਕ ਮਿਕਸਡ ਫੀਲਿੰਗ ਵੀ ਇਨਸਾਨ ਦੇ ਜੀਵਨ ਦਾ ਪਾਰਟ ਹੈ। ਸੋ ਇਸ ਮਿਕਸਡ ਫੀਲਿੰਗ ਨੂੰ ਮੈਕਸੀਮਮ ਜੋ ਕਵਰ ਕੀਤਾ ਗਿਆ ਹੈ ਉਹ ਹੈ ਰਾਗ ਧਨਾਸਰੀ ਦੇ ਵਿਚਕਾਰ। ਤੇ ਇੱਕ ਛੋਟਾ ਜਿਹਾ ਟੌਪਿਕ ਹੋਰ ਲੈ ਕੇ ਫਿਰ ਅੱਜ ਦੀ ਸਮਾਪਤੀ ਕਰਦੇ ਹਾਂ, ਉਹ ਹੈ
ਇਹ ਰਾਗ ਜਿਹੜੇ ਨੇ ਉਹ ਤੰਤੀ ਸਾਜ਼ਾਂ ਤੇ ਪਹਿਲੇ ਗਾਏ ਜਾਂਦੇ ਸੀ, ਜਿਨ੍ਹਾਂ ਵਿਚਕਾਰ ਜਿਹੜੇ ਜ਼ਿਆਦਾ ਨੋਨ ਨੇ ਉਹ ਹੈ ਰਬਾਬ, ਜੋ ਕਿ ਭਾਈ ਮਰਦਾਨਾ ਜੀ ਵਜਾਉਂਦੇ ਸੀ। ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਆਪਣੀ ਇੱਕ ਰਬਾਬ ਤਿਆਰ ਕਰਾਈ, ਜਿਹਦੇ 'ਚ ਹੋਰ ਫਰਦਰ ਇੰਪਰੂਵਮੈਂਟ ਕੀਤੇ ਗਏ। ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਸਿਲਸਿਲਾ ਜਾਰੀ ਰਿਹਾ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਦਿਲਰੁਬਾ ਹੈ ਸਾਜ਼, ਉਹਦੀ ਖੋਜ ਕੀਤੀ। ਔਰ ਗੁਰੂ ਸਾਹਿਬਾਨ ਦਾ ਰਾਗਾਂ ਦੇ ਵਿੱਚ ਔਰ ਰਾਗਾਂ ਦੇ ਇੰਸਟਰੂਮੈਂਟਸ ਦੇ ਵਿੱਚ ਇੰਨਾ ਗਹਿਰਾ ਸ਼ੌਕ ਸੀ ਉਹਨਾਂ ਨੂੰ, ਕਿਉਂਕਿ ਸਮਝਦੇ ਸੀ ਕਿ ਇਹੀ ਹੈ ਇੱਕ ਰਾਗਾਂ ਦਾ ਰਸਤਾ ਜੋ ਸੌਖਾ ਬਣਾ ਦਿੰਦਾ ਪਰਮਾਤਮਾ ਨਾਲ ਜੁੜਨ ਦੇ ਲਈ। ਔਰ ਇਸੇ ਕਰਕੇ ਜੋ ਹੈ ਉਹਨਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮਹੱਤਤਾ ਦਿੱਤੀ ਕਿ ਪੂਰੀ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਹੀ ਲਿਖਿਆ ਜਾਏ, ਤਾਂ ਕਿ ਹਰ ਇੱਕ ਲਈ ਇਹ ਮਾਰਗ ਸੌਖਾ ਬਣ ਜਾਏ। ਐਕਚੁਅਲੀ ਦਿਸ ਵਿਲ ਕੰਟੀਨਿਊ, ਆਈ ਥਿੰਕ ਵੀ ਨੀਡ ਮੋਰ ਟਾਈਮ। ਅਜੇ ਸਾਡੇ ਸਲਾਈਡ 98 ਤੇ ਆ, ਕਰੀਬ 190 ਸਲਾਈਡ ਹੈ, ਸੋ ਕਰੀਬ ਅੱਧੇ ਤੱਕ ਅਸੀਂ ਪਹੁੰਚੇ ਹਾਂ, ਔਰ ਬਾਕੀ ਦਾ ਅਸੀਂ ਅਜੇ ਕਵਰ ਕਰਾਂਗੇ ਫਿਰ ਨੈਕਸਟ ਵੀਕ। ਐਕਚੁਅਲੀ ਨੈਕਸਟ ਵੀਕ ਨਹੀਂ ਹੋ ਪਾਏਗਾ, ਨੈਕਸਟ ਸੈਟਰਡੇ ਸੰਡੇ ਮੈਂ ਪਹਿਲੇ ਹੀ ਵੀਰ ਜੀ ਕੋਲੋਂ ਮਾਫੀ ਮੰਗ ਚੁੱਕਾ ਕਿ ਮੈਂ ਅਵੇਲੇਬਲ ਨਹੀਂ ਹਾਂ, ਤੇ ਉਸ ਤੋਂ ਨੈਕਸਟ ਵੀਕ ਸੰਡੇ ਨੂੰ ਫਿਰ ਇਸ ਨੂੰ ਅੱਗੇ ਕੰਟੀਨਿਊ ਕਰਾਂਗੇ। ਸੋ ਇਹ ਕਾਫੀ ਕੁਛ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਜੋ ਸਾਨੂੰ ਪਤਾ ਹੋਣਾ ਚਾਹੀਦਾ, ਹਰ ਇੱਕ ਨੂੰ ਮਿਨੀਮਮ ਜ਼ਰੂਰ ਪਤਾ ਹੋਣਾ ਚਾਹੀਦਾ। ਉਹੀ ਅਸੀਂ ਇਹਦੇ 'ਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਡਿਟੇਲ ਵਿੱਚ ਜਾਣ ਦਾ, ਤੇ ਫਿਰ ਕਈ ਸਾਡੇ ਕਈ ਦਿਨਾਂ ਦਾ ਪ੍ਰੋਗਰਾਮ ਹੋ ਜਾਂਦਾ। ਸੋ this is what we had covered in today's topic. ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।